ਭਾਗ 11। ਗੁਰੂ ਜੀ ਸੱਚ ਦੀ ਬਾਣੀ ਆਖ ਅਤੇ ਭਾਈ ਲਾਲੋ ਨਾਲ ਵਿਚਾਰ ਕਰਕੇ ਧਰਤ ਲੋਕਾਈ ਨੂੰ ਸੋਧਣ ਤੁਰ ਗਏ ਸਨ। ਉਹ ਸਮਾਂ ਵੀ ਆਣ ਪੁੱਜਾ ਜਿਸ ਸਮੇਂ ਬਾਰੇ ਗੁਰੂ ਜੀ ਨੇ ਭਾਈ ਲਾਲੋ ਨਾਲ ਵਿਚਾਰ ਕੀਤੇ ਸਨ। ਗੁਰੂ ਜੀ ਭਾਈ ਲਾਲੋ ਦੇ ਅਸਥਾਨ ਤੇ ਵਾਪਸ ਆਏ। ਚਿਰੀ ਵਿਛੁੰਨੇ ਸਜਣਾ ਦਾ ਮਿਲਾਪ ਹੋਇਆ, ਗੱਲ ਵਕੜੀ ਪੈ ਗਈ। ਹੁਣ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਖੁਸ਼ੀ ਅਤੇ ਨੈਣ ਸਜਲ ਹੋਏ। ਬੇਬੇ ਜੀ ਖੁਸ਼ੀ ਵਿੱਚ ਆਪਾ ਹੀ ਭੁੱਲ ਗਈ। ਵੀਰ ਜੀ ਆ ਗਏ, ਵੀਰ ਜੀ ਆ ਗਏ। ਨਾਲੇ ਮੰਜਾ ਡਾਉਂਦੇ, ਕਪੜਾ ਵਿਛਾਉਂਦੇ, ਸਤਨਾਮ ਦਾ ਜਾਪ ਵੀ ਕਰਦੇ ਤੇ ਵਾਰ-ਵਾਰ ਇਹੀ ਆਖੀ ਜਾਣ, ਸਤਨਾਮ ਵੀਰ ਜੀ ਆ ਗਏ। ਪਤਾ ਨਹੀਂ ਕਿੰਨਾ ਪਿਆਰ ਸੀ, ਕਿੰਨੀ ਸਿੱਕ ਸੀ ਵੀਰ ਜੀ ਦੇ ਦਰਸ਼ਨਾਂ ਦੀ। ਗਰਮ-ਗਰਮ ਦੁੱਧ ਦੋਹਣੇ ਵਿੱਚ ਕੱਢ, ਘਰ ਦੀ ਸ਼ੱਕਰ ਵਿੱਚ ਪਾ ਅਤੇ ਕਟੋਰੇ ਭਰ ਕੇ ਦੇਖਦੀ ਵੀਰ ਜੀ ਤਾਂ ਭਾਈ ਹੋਰਾਂ ਦੀ ਗੱਲ ਵਕੜੀ ਹਾਲਾਂ ਉਸੇ ਤਰ੍ਹਾਂ ਪਈ ਹੋਈ। ਬੇਬੇ ਜੀ ਦੇ ਨੇਤਰਾਂ ਵਿੱਚੋਂ ਵੀ ਖੁਸ਼ੀ ਦਾ ਜਲ ਵਹਿ ਰਿਹਾ। ਦੁਪੱਟੇ ਨਾਲ ਨੇਤਰ ਪੂੰਝ ਬੇਨਤੀ ਕਰਦੀ, ਜੀ ਵੀਰ ਜੀ ਥੱਕੇ ਆਏ ਹਨ, ਮੰਜੇ ਤੇ ਬਿਠਾਵੋ ਨਾ। ਮੈਂ ਦੁੱਧ ਤਿਆਰ ਕੀਤਾ, ਮਿੱਠਾ ਘੋਲ ਛੰਨਿਆਂ ਵਿੱਚ ਪਾਇਆ, ਠੰਡਾ ਹੋ ਜਾਵੇਗਾ। ਗੁਰੂ ਜੀ ਨੇ ਗੱਲ ਵਕੜੀ ਖੋਲੀ, ਨੇਤਰ ਪੂੰਝੇ ਅਤੇ ਮੰਜੇ ਤੇ ਬੈਠ ਕੇ ਦੁੱਧ ਪੀਣ ਲੱਗੇ। ਵੀਰ ਜੀ ਤੁਸਾਂ ਤੇ ਆਖਿਆ ਸੀ ਮੁੜ ਛੇਤੀ ਹੀ ਆਵਾਂਗੇ, ਆਪ ਤਾਂ ਕਿੰਨੀ ਦੇਰ ਕਰ ਦਿੱਤੀ। ਇੰਨਾ ਚਿਰ ਪਤਾ ਹੈ ਕਿੱਦਾਂ ਗੁਜ਼ਰਦਾ ਬਿਨਾਂ ਵੀਰ ਦੇ ਦੇਖੇ ਭੈਣਾਂ ਨੂੰ। ਇਹ ਬੇਬੇ ਜੀ ਹਿਰਦੇ ਦੀ ਵੇਦਨਾ ਤੋਂ ਕਹਿ ਰਹੇ ਸਨ। ਬੇਬੇ ਜੀ ਮਨ ਤਾਂ ਮੇਰਾ ਵੀ ਤੜਪਦਾ ਸੀ ਹੁਣ ਤਾਈਂ, ਪਰ ਕੀ ਕੀਤਾ ਜਾਵੇ, ਕਰਤੇ ਦੇ ਰੰਗ ਹਨ ਜੋ ਉਸ ਨੂੰ ਚੰਗਾ ਲੱਗਦਾ ਹੈ। ਅਸੀਂ ਤਾਂ ਉਸ ਅੱਗੇ ਬੇਨਤੀਆਂ ਹੀ ਕਰ ਸਕਦੇ ਹਾਂ। ਕਰਨ ਕਾਰਨ ਉਹੀ ਹੈ, ਉਹ ਕਰਤਾ ਸਦਾ ਆਪਣੇ ਸੇਵਕਾਂ ਦੀ ਸਲਾਮਤੀ ਵੱਲ ਦੇਖਦਾ ਹੈ। ਬੇਬੇ ਜੀ ਸੁਖ ਸਾਂਦ ਪੁੱਛ ਆਪਣੇ ਕੰਮਕਾਰ ਵਿੱਚ ਰੁੱਝ ਗਏ ਅਤੇ ਹੁਣ ਭਾਈ ਲਾਲੋ ਜੀ ਤੇ ਗੁਰੂ ਜੀ ਵਿਚਾਰ ਕਰਦੇ ਹਨ। ਮਹਾਰਾਜ ਬੜਾ ਲੰਬਾ ਸਫ਼ਰ ਕੀਤਾ, ਬੜੀ ਦੂਰ ਤਾਈਂ ਪੁੱਜੇ ਹੋਵੋਗੇ, ਕੀ ਕੁਝ ਸਫ਼ਰ ਵਿੱਚ ਦੇਖਿਆ? ਭਾਈ ਜੀ ਦੇਖਣਾ ਕੀ ਸੀ, ਜਿੱਥੇ ਵੀ ਜਾਂਦੇ ਸਾਂ ਕਿਤੇ ਕਿਸੇ ਢੰਗ ਨਾਲ ਕੋਈ ਜਨਤਾ ਦਾ ਖੂਨ ਪੀ ਰਿਹਾ ਹੈ, ਕਿਤੇ ਕੋਈ ਮਰਿਆਦਾ ਬਣਾਈ ਗਰੀਬ ਜਨਤਾ ਨੂੰ ਲੁੱਟ ਰਿਹਾ ਹੈ, ਕਿਤੇ ਸੂਰਜ ਨੂੰ ਪਾਣੀ ਪਿਲਾ ਰਿਹਾ ਹੈ, ਕੋਈ ਪਿੰਡ ਪੱਤਲ ਪਿਤਰਾ ਨਮਿਤ ਭਰਾ ਆਪਣਾ ਖਾਣ ਪੀਣ ਚਲਾ ਰਿਹਾ ਹੈ, ਕੋਈ ਗੋਰਖ ਮੱਤੇ ਆਪਣੇ ਮਤ ਦਾ ਹੀ ਪ੍ਰਚਾਰ ਕਰ ਰਿਹਾ ਹੈ, ਕਿਤੇ ਵੱਡੇ ਵੱਡੇ ਰੱਥ ਬਣਾ ਉਹਨਾਂ ਤੇ ਮੂਰਤੀਆਂ ਰੱਖ ਜਲੂਸ ਕੱਢ ਭੋਲੀ ਭਾਲੀ ਜਨਤਾ ਨੂੰ ਪ੍ਰਚਾਰ ਕਰ ਰਿਹਾ ਹੈ। ਜੋ ਇਹਨਾਂ ਰੱਥਾਂ ਨੂੰ ਤੱਕਦਾ ਜਾਂ ਮਿੱਧਿਆ ਮਰ ਜਾਵੇ ਤਾਂ ਸਵਰਗ ਨੂੰ ਜਾਂਦਾ ਦੱਸਦੇ ਕੋਈ ਆਰਾ ਲਾਈ ਬੈਠਾ ਹੈ, ਜਿਹੜਾ ਸਾਰਾ ਧਨ ਦੌਲਤ ਦੇ ਕੇ ਪੰਡਤਾਂ ਨੂੰ ਐਸ ਆਰੇ ਨਾਲ ਆਪਣਾ ਸਿਰ ਦੋ ਫਾੜ ਕਰਾ ਲਵੇ, ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਕਿਤੇ ਥਾਲੀਆਂ ਵਿੱਚ ਦੀਵੇ ਰੱਖ, ਜੋਤਾਂ ਬਾਲ ਅਨੇਕਾਂ ਕਿਸਮਾਂ ਦੀਆਂ ਸੁਗੰਧੀਆਂ ਛਿੜਕਦਾ ਅਤੇ ਧੂਫਾਂ ਧੁਕਾਉਂਦਾ, ਕਿਤੇ ਮੂਰਤੀਆਂ ਦੇ ਸਿਰਾਂ ਤੇ ਕੋਈ ਚੋਰ ਕਰਦਾ। ਫੁੱਲਾਂ ਦੇ ਹਾਰ ਪਾਈ ਠਾਕੁਰ ਪੂਜਾ ਵਿੱਚ ਹੀ ਰੁੱਝੇ ਹੋਏ ਹਨ। ਕੁਝ ਸਮਝ ਨਹੀਂ ਪੈਂਦੀ ਗਤੀ ਕਿਵੇਂ ਹੋਵੇਗੀ। ਅੱਛਾ ਭਾਈ ਜੀ ਤੁਸੀਂ ਦੱਸੋ ਇੱਥੋਂ ਦਾ ਹਾਲ ਕੀ ਹੈ ਜੋ ਉਸ ਸਮੇਂ ਵਿਚਾਰ ਕੀਤੇ ਸਨ? ਕੋਈ ਤੁਸਾਂ ਦੀ ਸੰਗਤ ਵਿੱਚ ਜੁੜਦਾ, ਕੋਈ ਗੁਰਮੁਖ ਇਕੱਤਰ ਹੁੰਦੇ ਹਨ? ਮਹਾਰਾਜ ਕੀ ਦਸੀਏ, ਅਜਿਹੇ ਬਚਨ ਸੱਚ ਦੇ ਸੁਣ ਕੇ ਵੀ ਕੋਈ ਸਮਝ ਨਹੀਂ ਕਰਦਾ। ਮਲਕ ਭਾਗੋ ਦੇ ਇੱਥੇ ਆਉਣ ਸਮੇਂ ਕਿੰਨੇ ਲੋਕ ਆਏ ਹੋਏ ਸਨ। ਆਪ ਨੇ ਬੜੇ ਸੋਹਣੇ ਵਿਚਾਰਾਂ ਦੁਆਰਾ ਸਮਝਾਇਆ। ਸਤਨਾਮ ਜਪਣ ਨਾਲ ਨਿਰਭੈ ਅਤੇ ਨਿਰਵੈਰ ਹੋ ਕੇ ਹਉਮੈ ਦੂਰ ਹੋ ਜਾਂਦਾ ਹੈ ਤੇ ਸਚਿਆਰੇ ਬਣ ਜਾਈਦਾ ਹੈ। ਆਪ ਦੇ ਹੁਕਮ ਦੁਆਰਾ ਸਤਸੰਗ ਤੇ ਰੋਜ਼ ਕਰੀਦਾ ਹੈ। ਕੁਝ ਸੱਜਣ ਦੂਰੋਂ ਨੇੜਿਓਂ ਆਉਂਦੇ ਵੀ ਹਨ, ਪਰੰਤੂ ਆਪ ਦਾ ਦੱਸਿਆ ਸਹੀ ਮਾਰਗ ਅਪਣਾਉਣ ਵਾਲੇ ਵਿਰਲੇ ਹੀ ਹਨ। ਜੋ ਆਪ ਨੇ ਬਚਨ ਕੀਤਾ ਸੀ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ, ਤਾਂ ਕਿ ਭਾਈ ਲਾਲੋ ਅਸਾਂ ਜੋ ਬਚਨ ਕੀਤੇ ਸਨ ਪਾਪ ਦੀ ਜੰਜ ਬਾਰੇ ਕੋਈ ਇੱਥੇ ਇਹਨਾਂ ਤਿਆਰੀ ਕੀਤੀ। ਇਸ ਵਿਚਾਰ ਨੂੰ ਮੁੱਖ ਰੱਖ ਕੇ ਵੀ ਨਾਮ ਸਿਮਰਨ ਅਤੇ ਆਈ ਫੌਜ ਦੀ ਰੋਕਥਾਮ ਦਾ ਯਤਨ ਕੋਈ ਕੀਤਾ? ਭਾਈ ਲਾਲੋ ਮਹਾਰਾਜ ਇਹਨਾਂ ਤੇ ਪੀਰਾਂ ਫਕੀਰਾਂ ਤਾਈਂ ਹੀ ਪਹੁੰਚ ਕੀਤੀ ਹੈ। ਬ੍ਰਾਹਮਣਾਂ ਕਾਜ਼ੀਆਂ ਦੇ ਆਸਰੇ ਹੀ ਬੈਠੇ ਹਨ। ਕੋਈ ਹਵਨ ਕਰਦੇ ਹਨ, ਕੋਈ ਨਿਆਜ਼ਾਂ ਵੰਡਦੇ ਹਨ ਤੇ ਕੋਈ
ਜਾਦੂ ਟੋਣੇ ਜੰਤਰ ਮੰਤਰ ਕਰਦੇ ਹਨ। ਇਹ ਜਨਤਾ ਤੋਂ ਹੋਰ ਧਨ ਲੈ ਕੇ ਅਜਿਹੇ ਕਰਮ ਹੀ ਕਰਦੇ ਹਨ। ਉਹ ਲੋਕ ਭਰੋਸਾ ਦਿੰਦੇ ਹਨ ਕਿ ਮੁਗਲਾਂ ਦੀਆਂ ਫੌਜਾਂ ਆਪਸ ਵਿੱਚ ਹੀ ਲੜ ਮਰਨਗੀਆਂ, ਕੋਈ ਕੁਝ ਤੇ ਕੋਈ ਕੁਝ। ਰਹਿਣੀ ਬਹਿਣੀ ਅਤੇ ਐਸ਼ੋ ਆਰਾਮ ਵਿੱਚ ਕੋਈ ਅੰਤਰ ਨਹੀਂ ਪਿਆ। ਤ੍ਰਿਮਤਾ ਉਸ ਤਰ੍ਹਾਂ ਜਵਾਨੀ ਦੀ ਮਸਤੀ ਵਿੱਚ ਕੰਗੀ ਪੱਟੀ ਕਰਦੀਆਂ, ਮਾਂਗ ਵਿੱਚ ਸੰਦੂਰ ਪਾਈ ਫਿਰਦੀਆਂ, ਉਸੇ ਤਰ੍ਹਾਂ ਰੱਥਾਂ ਘੋੜਿਆਂ ਤੇ ਅਮੀਰਜ਼ਾਦੇ ਫਿਰਦੇ, ਪਾਨ ਤੰਬੋਲੇ ਖਾਂਦੀਆਂ, ਸੋਹਣੇ ਮੋਤੀਆਂ ਦੇ ਹਾਰ ਗਲੇ ਪਾਈ ਫਿਰਦੀਆਂ ਹਨ। ਫਿਰ ਤੇ ਭਾਈ ਜੀ ਸਾਡੇ ਕੀ ਵਸ ਹੈ। ਅਸਾਂ ਤੇ ਇਹਨਾਂ ਤਾਈਂ ਸਾਵਧਾਨ ਪਹਿਲੇ ਐਸੇ ਕਰਕੇ ਕੀਤਾ ਸੀ। ਇਹ ਆਪਣੇ ਆਪ ਤਾਈਂ ਸੁਧਾਰ ਲੈਣਗੇ, ਪਰਮਾਤਮਾ ਦਾ ਨਾਮ ਸਤਨਾਮ ਦਾ ਜਾਪ ਕਰਨ ਲੱਗ ਜਾਣਗੇ। ਮੰਦਭਾਗੇ ਹਨ। ਸੋ ਹੁਣ ਤਾਂ ਭਾਈ ਲਾਲੋ ਇਹਨਾਂ ਤਾਈਂ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਹੀ ਪਵੇਗਾ, ਕਿਸੇ ਬਚਾ ਨਹੀਂ ਕਰਨਾ। ਹੁਣ ਤਾਂ ਜੋ ਸਿਰਾਂ ਤੇ ਵਾਲਾਂ ਦੀਆਂ ਪੱਟੀਆਂ ਗੁੰਦਦੀਆਂ ਹਨ, ਇਹ ਕੈਂਚੀਆਂ ਨਾਲ ਕੱਟੀਆਂ ਜਾਣਗੀਆਂ। ਸੰਦੂਰ ਦੀ ਥਾਂ ਖੂਨ ਦਾ ਕੰਗੂ ਹੀ ਪਵੇਗਾ, ਮੂੰਹ ਵਿੱਚ ਮਿੱਟੀ ਹੀ ਪਵੇਗੀ। ਇਹ ਜੋ ਮਹਿਲਾਂ ਵਿੱਚ ਵਸਦੀਆਂ ਹਨ, ਇਹਨਾਂ ਤਾਈਂ ਬਾਹਰ ਵੀ ਬੈਠਣਾ ਨਸੀਬ ਨਹੀਂ ਹੋਵੇਗਾ। ਇਹ ਜੋ ਖੜੀਆਂ ਖੜੀਆਂ ਹੀ ਲੱਖਾਂ ਖਰਚ ਕਰਦੀਆਂ ਹਨ ਤੇ ਬੈਠੀਆਂ ਲੱਖਾਂ ਪਾਸ ਰੱਖਦੀਆਂ ਹਨ। ਗਿਰੀ ਛੁਹਾਰੇ ਖਾਂਦੀਆਂ, ਸੇਜਾਂ ਤੇ ਸੁਖ ਮਾਣਦੀਆਂ ਹਨ, ਗਲੇ ਮੋਤੀਆਂ ਦੇ ਹਾਰ ਪਾਈ ਫਿਰਦੀਆਂ ਹਨ। ਇਹ ਸਾਰੇ ਤੋੜੇ ਜਾਣੇ ਹਨ, ਕਿਉਂਕਿ ਧਨ ਤੇ ਜੋਬਨ ਦੋਵੇਂ ਹੀ ਵੈਰੀ ਹਨ, ਜਿਨ੍ਹਾਂ ਕਾਰਨ ਸਤਨਾਮ ਯਾਦ ਨਹੀਂ ਕਰਦੇ। ਇਹਨਾਂ ਦੀ ਪੱਤ ਲੁੱਟੀ ਜਾਵੇਗੀ। ਕਿਸੇ ਨੂੰ ਸੋਹਣੀ ਦੇਖ ਤਾਂ ਭਾਵੇਂ ਬੇਗਮ ਬਣਾ ਆਦਰ ਮਿਲ ਜਾਵੇਗਾ, ਪਰ ਬਹੁਤਿਆਂ ਨੂੰ ਸਜ਼ਾ ਭੁਗਤਣੀ ਹੀ ਪਵੇਗੀ। ਸ਼ਾਹ ਲੋਕ ਜਿਹੜੇ ਧਨ ਦੀ ਬੋਲਤਾ ਦੇ ਕਾਰਨ ਮਾਨਸਿਕਤਾ ਗਵਾ ਬੈਠੇ, ਰੰਗ ਤਮਾਸ਼ਿਆਂ ਵਿੱਚ ਗਲਤਾਨ ਹੋਏ ਪਏ ਹਨ। ਇਹਨਾਂ ਅਮੀਰਜ਼ਾਦਿਆਂ ਨੂੰ ਰੋਟੀ ਵੀ ਨਸੀਬ ਨਹੀਂ ਹੋਵੇਗੀ, ਨਾ ਹੀ ਕਿਸੇ ਮੁੱਲਾ ਨੂੰ ਨਮਾਜ਼ ਵਾਸਤੇ ਸਮਾਂ ਮਿਲੇਗਾ ਅਤੇ ਨਾ ਹੀ ਪੁਜਾਰੀ ਨੂੰ ਪੂਜਾ ਵਾਸਤੇ। ਰਾਮ ਦਾ ਨਾਮ ਲੈਣਾ ਅਤੇ ਖੁਦਾ ਕਹਿਣਾ ਵੀ ਮੁਸ਼ਕਲ ਹੋ ਜਾਵੇਗਾ। ਇੱਕ ਦੂਜੇ ਦਾ ਦੁੱਖ ਪੁੱਛ-ਪੁੱਛ ਕੇ ਰੋਣਗੇ। ਅੱਗੇ ਹੁਣ ਇਸ ਦਾ ਫੈਸਲਾ ਕਰਤੇ ਹੱਥ ਹੈ। ਸੋ ਭਾਈ ਲਾਲੋ, ਅਸਾਂ ਤਾਂ ਆਪਣਾ ਫਰਜ਼ ਨਿਭਾਇਆ ਸੀ। ਆਉਣ ਵਾਲਾ ਸਮਾਂ ਐਸੇ ਕਰਕੇ ਦੱਸ ਆਏ ਸਾਂ। ਏਕ ਓਂਕਾਰ ਸਤਨਾਮ ਜਪਦੇ ਤੇ ਨਿਰਭਉ ਹੋ, ਸਮੇਂ ਦਾ ਮੁਕਾਬਲਾ ਕਰਨ ਦਾ ਬਲ ਧਾਰਨ ਕਰਦੇ। ਅਸੀਂ ਕੀ ਕਰ ਸਕਦੇ ਹਾਂ? ਉਸੇ ਕਰਤਾਰ ਦਾ ਜੋ ਹੁਕਮ ਉਸ ਖਸਮ ਨੇ ਜੋ ਹੁਕਮ ਕੀਤਾ ਸੀ, ਉਸ ਦਾ ਸੰਦੇਸ਼ ਹੀ ਅਸਾਂ ਦੇ ਸਕਦੇ ਸੀ ਜੋ ਦੇ ਦਿੱਤਾ ਸੀ। ਇਹ ਵਿਚਾਰਾਂ ਭਾਈ ਜੀ ਨਾਲ ਗੁਰੂ ਜੀ ਨੇ ਕੀਤੀਆਂ ਤੇ ਸੁਣੀਆਂ। ਹੁਣ ਸਮਾਂ ਸਤਸੰਗ ਦਾ ਹੋ ਗਿਆ। ਜੋ ਕੋਈ ਸਤਸੰਗੀ ਦੂਰ ਨੇੜੇ ਦੇ ਆਉਂਦੇ ਸਨ, ਉਹ ਵੀ ਆਏ। ਗੁਰੂ ਜੀ ਦੇ ਦਰਸ਼ਨ ਕਰ ਗਦ-ਗਦ ਹੋਏ। ਗੁਰੂ ਜੀ ਤਾਂ ਹੁਣ ਆਪਣੇ ਸਤਸੰਗੀਆਂ ਤਾਈਂ ਵੀ ਆਉਣ ਵਾਲੇ ਸਮੇਂ ਬਾਰੇ ਹੀ ਜਾਣੂ ਕਰਾ ਰਹੇ ਹਨ ਅਤੇ ਆਖ ਰਹੇ ਹਨ ਕਿ ਉਸ ਮਾਲਕ ਦੇ ਗੁਣ ਜਿੰਨਾ ਕਿਸੇ ਵਿੱਚ ਤਾਣ ਹੋਵੇ, ਉਹਨਾਂ ਭਾਈ ਉਸ ਦੇ ਗੁਣ ਗਾਉਣੇ ਚਾਹੀਦੇ ਹਨ। ਉਸ ਦੀਆਂ ਦਾਤਾਂ ਬੇਅੰਤ ਹਨ, ਉਹਨਾਂ ਤਾਈਂ ਸਮਝ ਕੇ ਚੇਤੇ ਕਰਨਾ, ਉਸ ਦੇ ਗੁਣ ਤੇ ਵਡਿਆਈਆਂ ਵਿਚਾਰ ਕਰਨਾ। ਕੋਈ ਵਿਦਿਆ ਦੇ ਬਲ ਤੇ ਕਠਿਨ ਤੋਂ ਕਠਿਨ ਵਿਚਾਰ ਕਰਦਾ, ਕੋਈ ਉਸ ਦੀ ਸਾਜੀ ਪ੍ਰਕਿਰਤੀ ਸਮਾਪਤ ਹੁੰਦੀ ਕਹਿ ਰਿਹਾ ਹੈ, ਕੋਈ ਜੀਵ ਜਵਾਲਤਾ ਅਤੇ ਖਾਕ ਵਿੱਚ ਫੇਰ ਮਿਲਾ ਦਿੰਦਾ ਹੈ, ਕੋਈ ਨੇੜੇ ਆਖਦਾ ਹੈ, ਕੋਈ ਦੂਰ। ਸੋ ਐਸੇ ਤਰ੍ਹਾਂ ਦੇ ਵਿਚਾਰ ਗੁਰੂ ਜੀ ਸਮਝਾ ਰਹੇ ਹਨ। ਸਮਾਂ ਨੇੜੇ ਆ ਚੁੱਕਾ ਸੀ ਪਾਪ ਦੀ ਜੰਜ ਦਾ। ਆਪਣੇ ਸਤਸੰਗੀਆਂ ਨੂੰ ਉਸ ਸਮੇਂ ਇਕੱਤਰ ਹੋਏ ਭਾਈ ਲਾਲੋ ਦੇ ਗ੍ਰਹਿ ਵਿਖੇ ਹੀ ਗੁਰੂ ਜੀ ਨੇ ਹੁਕਮ ਦਿੱਤਾ, ਕਿਉਂਕਿ ਇਸ ਸਤ ਸੰਗਤ ਦਾ ਅਸਥਾਨ, ਜਿਸ ਨੂੰ ਧਰਮਸ਼ਾਲਾ ਜਾਂ ਗੁਰਦੁਆਰਾ, ਜੋ ਕਿ ਭਾਈ ਲਾਲੋ ਨੇ ਗੁਰੂ ਜੀ ਨੂੰ ਪਹਿਲਾਂ ਹੀ ਅਰਪਣ ਕਰ ਦਿੱਤਾ ਸੀ, ਅੱਜ ਇਸ ਅਸਥਾਨ ਤੇ ਸਤਸੰਗੀ ਆ ਜੁੜੇ। ਸਾਰੇ ਸਤਸੰਗੀਆਂ ਦੇ ਪਰਿਵਾਰ ਵੀ ਜਿਨ੍ਹਾਂ ਗੁਰੂ ਦੇ ਬਚਨ ਪੱਲੇ ਬੰਨ ਲਏ ਸਨ ਤੇ ਕਮਾਈ ਬਚਨਾਂ ਦੀ ਕਰਦੇ ਸਨ, ਉਹਨਾਂ ਤਾਈਂ ਕਾਲ ਕਿਵੇਂ ਪੋ ਸਕਦਾ ਸੀ? ਜਿਨ੍ਹਾਂ ਸੁਣ ਕੇ ਮੰਨ ਲਿਆ ਹੋਵੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਸੁਣਿਆ ਪੋ ਨਾ ਸਕੈ ਕਾਲ। ਸੁਣ ਕੇ ਮੰਨ ਲੈਣ ਵਾਲੇ ਦੀ ਗੱਲ ਕੌਣ ਕਹਿ ਸਕਦਾ ਹੈ? ਸੋ
ਸਿੱਖ ਵੀ ਉਹੀ ਹੈ ਜੋ ਗੁਰੂ ਜੀ ਦੀ ਸਿੱਖਿਆ ਤੇ ਵਿਚਾਰ ਕਰਕੇ ਚੱਲੇ, ਨਹੀਂ ਤਾਂ ਭੇਖੀ ਹੈ। ਸਿੱਖੀ ਸਿੱਖਿਆ ਗੁਰੂ ਵਿਚਾਰ, ਨਦਰ ਕਰਮ ਲਗਾਈ ਪਾਰ। ਕਰਤਾਰ ਦੀ ਨਦਰ ਵੀ ਫੇਰ ਹੀ ਹੁੰਦੀ ਹੈ। ਸੋ ਅੱਜ ਉਹ ਸਮਾਂ ਵੀ ਆ ਪੁੱਜਾ। ਪਾਪ ਦੀ ਜੰਜ ਲੈ ਕੇ ਖੁਰਾਸਾਨ ਕਾਬਲ ਤੋਂ ਮੀਰ ਆ ਪੁੱਜਾ। ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ। ਜੋ ਕੋਈ ਵਿਰਲੇ ਨਾਮ ਸਿਮਰਨ ਵਾਲੇ ਸਤਸੰਗੀ ਸ਼੍ਰੀ ਗੁਰੂ ਜੀ ਉਹਨਾਂ ਤਾਈਂ ਵੀ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਹੀ ਬੁਲਾ ਲਿਆ। ਭਾਈ ਸਾਹਿਬ ਤਾਂ ਪਹਿਲੇ ਹੀ ਗੁਰੂ ਜੀ ਤਾਈਂ ਆਖ ਚੁੱਕੇ ਸਨ ਕਿ ਮੇਰਾ ਤੇ ਹੈ ਕੁਝ ਨਹੀਂ, ਇਹ ਤੇ ਆਪ ਦਾ ਹੀ ਹੈ। ਉਹ ਪਰਮਾਤਮਾ ਦੀ ਵਸਤੂ ਹੈ। ਇਸ ਗ੍ਰਹਿ ਨੂੰ ਚਾਹੇ ਹਰ ਦਾ ਮੰਦਰ, ਧਰਮਸ਼ਾਲਾ, ਗੁਰਦੁਆਰਾ, ਵਿਦਿਆਸ਼ਾਲਾ ਜਾਂ ਗੜ੍ਹ ਬਣਾ ਲਿਆ ਜਾਵੇ। ਉਧਰ ਖੁਰਾਸਾਨ ਕਾਬਲ ਤੋਂ ਧਾਵਾ ਕਰਨ ਆਇਆ ਮੀਰ ਆ ਪੁੱਜਾ। ਕਾਲੀ ਹਨੇਰੀ ਦੀ ਤਰ੍ਹਾਂ ਹੱਲਾ ਬੋਲ ਦਿੱਤਾ। ਅੱਗੋਂ ਕੁਝ ਮੁਕਾਬਲਾ ਹੋਇਆ। ਕਿਸੇ ਗੋਲੀਆਂ ਆਦਿ ਚਲਾਈਆਂ। ਕੋਈ ਹਾਥੀਆਂ ਘੋੜਿਆਂ ਤੇ ਚੜ੍ਹ ਮੈਦਾਨ ਵਿੱਚ ਆਏ, ਪਰੰਤੂ ਮੀਰ ਦੀ ਫੌਜ ਦਾ ਮੁਕਾਬਲਾ ਸੈਦਪੁਰ ਦੇ ਪਠਾਨ ਨਾ ਕਰ ਸਕੇ, ਕਿਉਂਕਿ ਇਹ ਸਭ ਆਪਣੇ ਕਰਤੱਵ ਭੁੱਲ ਚੁੱਕੇ ਸਨ। ਐਸ਼ੋ ਆਰਾਮ ਵਿੱਚ ਸਮਾਂ ਗਵਾ ਬੈਠੇ ਸਨ। ਸੋ ਜਲਦੀ ਹੀ ਹਥਿਆਰ ਸੁੱਟ ਦਿੱਤੇ। ਮੀਰ ਦੀ ਫੌਜ ਤਾਂ ਭੁੱਖੇ ਸ਼ੇਰਾਂ ਦੀ ਤਰ੍ਹਾਂ ਸੀ। ਭੇਡਾਂ, ਬੱਕਰੀਆਂ ਅਤੇ ਗਊਆਂ ਦੇ ਵੱਗ ਜਿਵੇਂ ਉਹਨਾਂ ਦੀ ਖੁਰਾਕ ਅੱਗੇ ਰੱਖੀ ਹੋਵੇ, ਟੁੱਟ ਕੇ ਪੈ ਗਏ। ਉਹਨਾਂ ਵੱਡੇ ਵੱਡੇ ਮਹਿਲਾਂ ਅਤੇ ਮੰਦਰਾਂ ਨੂੰ ਅੱਗਾਂ ਲਾ ਦਿੱਤੀਆਂ। ਉਹ ਤੇ ਬਘਿਆੜਾਂ ਦੀ ਤਰ੍ਹਾਂ ਸੈਦਪੁਰ ਦੀਆਂ ਗਲੀਆਂ ਮਹੱਲਿਆਂ ਵਿੱਚ ਲਗੇ ਫਿਰਨ ਤੇ ਦਰਵਾਜ਼ੇ ਭੰਨ ਤੋੜ ਸੁੱਟੇ ਅਤੇ ਅੰਦਰ ਦਾ ਸਮਾਨ ਲੁੱਟਣਾ ਸ਼ੁਰੂ ਕਰ ਦਿੱਤਾ। ਅੰਦਰ ਲੁਕੀਆਂ ਬੈਠੀਆਂ ਜਿਨ੍ਹਾਂ ਸੋਹਣੇ ਸਿਰਾਂ ਤੇ ਪੱਟੀਆਂ ਗੁੰਦਾਈਆਂ ਹੋਈਆਂ ਸਨ, ਉਹਨਾਂ ਨੂੰ ਵਾਲਾਂ ਤੋਂ ਫੜ ਗਲੀਆਂ ਵਿੱਚ ਘਸੀਟ ਕੇ ਬਾਹਰ ਲੈ ਆਏ। ਕੈਂਚੀਆਂ ਨਾਲ ਸਿਰ ਮੁੰਨ ਦਿੱਤੇ ਗਏ। ਜੋ ਸਿੰਦੂਰ ਵਾਲਾਂ ਦੇ ਚੀਰ ਕੱਢ ਕੇ ਪਾਇਆ ਗਿਆ ਸੀ, ਉਹਨਾਂ ਦੀ ਥਾਂ ਰਤ ਦਾ ਕੁੰਗੂ ਪੈ ਰਿਹਾ ਸੀ। ਮੂੰਹ ਅਤੇ ਸੰਗ ਘੱਟੇ ਨਾਲ ਭਰ ਗਏ। ਜਿਹੜੀਆਂ ਮਹਿਲਾਂ ਅੰਦਰ ਵਸਦੀਆਂ ਸਨ, ਉਹ ਹੁਣ ਆਪਣੇ ਘਰ ਦੇ ਨੇੜੇ ਵੀ ਨਹੀਂ ਬੈਠ ਸਕਦੀਆਂ। ਕਦੀ ਉਹ ਸਮਾਂ ਵੀ ਸੀ ਜਦੋਂ ਵਿਆਹੀਆਂ ਆਈਆਂ ਸਨ, ਲਾੜੇ ਹਰ ਸਮੇਂ ਪਾਸ ਹੀ ਰਹਿੰਦੇ ਸਨ, ਜਿਨ੍ਹਾਂ ਦੀਆਂ ਬਾਹਾਂ ਵਿੱਚ ਹਾਲਾਂ ਸ਼ਗਨਾਂ ਦੇ ਚੂੜੇ ਹਾਥੀ ਦੰਦਾਂ ਦੇ ਬਣੇ ਹੋਏ ਸੋਭਦੇ ਸਨ, ਜਿਨ੍ਹਾਂ ਉੱਤੇ ਸ਼ਗਨਾਂ ਦੇ ਪਾਣੀ ਵਾਰੇ ਸਨ। ਝੱਲਣ ਵਾਲੇ ਪੱਖੇ ਜਿਨ੍ਹਾਂ ਵਿੱਚ ਸ਼ੀਸ਼ੇ ਚਮਕਦੇ ਸਨ, ਕਿਤੇ ਨਜ਼ਰ ਨਹੀਂ ਪੈਂਦੇ, ਅਤੇ ਜਿਨ੍ਹਾਂ ਸੁੰਦਰੀਆਂ ਦੇ ਪੱਲੇ ਬੈਠੀਆਂ ਮਹਿਲਾਵਾਂ ਨੂੰ ਲੱਖਾਂ ਰੁਪਈਆਂ ਦੇ ਸ਼ਗਨ ਪਾਏ ਗਏ। ਖੜੀਆਂ ਹੋਣ ਦੇ ਲੱਖਾਂ ਲੈਂਦੀਆਂ ਸਨ, ਗਿਰੀਆਂ ਛੁਹਾਰੇ ਖਾਂਦੀਆਂ ਸਨ ਅਤੇ ਸੇਜਾਂ ਦੇ ਆਨੰਦ ਮਾਣਦੀਆਂ ਸਨ। ਜਿਨ੍ਹਾਂ ਦੇ ਗਲੀ ਸੁੱਚੇ ਮੋਤੀਆਂ ਦੇ ਹਾਰ ਪਾਏ ਹੋਏ ਸਨ, ਜਰਵਾਣੀਆਂ ਬਘਿਆੜਾਂ ਹਾਰ ਤੋੜ ਉਹਨਾਂ ਗਲਾਂ ਵਿੱਚ ਕੁੱਤਿਆਂ ਦੀ ਤਰ੍ਹਾਂ, ਪਸ਼ੂਆਂ ਦੀ ਤਰ੍ਹਾਂ ਰੱਸੀਆਂ ਪਾਈਆਂ ਤੇ ਘਸੀਟੇ ਲੈ ਜਾ ਰਹੇ ਸਨ। ਕਦੀ ਸਮਾਂ ਸੀ ਜਦੋਂ ਧਨ ਅਤੇ ਜੋਬਨ ਦੇ ਨਸ਼ੇ ਨੇ ਇਹਨਾਂ ਦੀ ਮੱਤ ਮਾਰੀ ਹੋਈ ਸੀ ਅਤੇ ਨਸ਼ੇ ਵਿੱਚ ਮਸਤ ਹੋ ਰੰਗ ਰਲੀਆਂ ਮਾਣਦੀਆਂ ਹੋਈਆਂ ਮਾਲਕ ਪਰਮਾਤਮਾ ਨੂੰ ਭੁੱਲੀਆਂ ਬੈਠੀਆਂ ਸਨ। ਅੱਜ ਉਹੀ ਧਨ ਅਤੇ ਜੋਬਨ ਇਹਨਾਂ ਦੇ ਵੈਰੀ ਬਣ ਚੁੱਕੇ ਸਨ। ਮੀਰ ਬਾਬਰ ਨੇ ਕਰੜਾ ਹੁਕਮ ਦੇ ਦਿੱਤਾ ਆਪਣੇ ਸਿਪਾਹੀਆਂ ਨੂੰ ਕਿ ਇਹਨਾਂ ਸੁੰਦਰੀਆਂ ਦੀ ਪੱਤ ਲੁੱਟੋ ਅਤੇ ਧਨ ਦੌਲਤ ਨਾਲ ਹੀ ਲੈ ਚੱਲੋ। ਜਿਨ੍ਹਾਂ ਨੂੰ ਮਾਲਕ ਵੱਲੋਂ ਅਜਿਹਾ ਹੁਕਮ ਮਿਲ ਜਾਵੇ ਤੇ ਰੋਕਥਾਮ ਕਰਨ ਵਾਲਾ ਅੱਗੋਂ ਕੋਈ ਹੋਵੇ ਨਾ, ਉਹ ਮਨ ਮਰਜ਼ੀ ਕਿਉਂ ਨਹੀਂ ਕਰਨਗੇ। ਉਹਨਾਂ ਸੁੰਦਰੀਆਂ ਨੂੰ ਚਾਹੇ ਬੇਗਮਾਂ ਬਣਾ ਕੇ ਵਡਿਆਈ ਦੇ ਦੇਣ। ਐਸ ਦੇ ਬਚਾਓ ਵਾਸਤੇ ਹੀ ਤਾਂ ਗੁਰੂ ਜੀ ਨੇ ਪਹਿਲੇ ਸਮਝਾਇਆ ਸੀ, ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੇ ਸਜਾਏ। ਜਿਹੜੇ ਸ਼ਾਹਾਂ ਨੂੰ ਰੰਗ ਤਮਾਸ਼ਿਆਂ ਵਿੱਚ ਵੇਲ ਨਹੀਂ ਸੀ ਮਿਲਦਾ, ਅੱਜ ਕੁਰਲਾ ਰਹੇ ਹਨ। ਬਾਬਰ ਦਾ ਹੀ ਬੋਲਬਾਲਾ ਹੋ ਰਿਹਾ ਹੈ ਅਤੇ ਅਮੀਰਜ਼ਾਦਿਆਂ ਨੂੰ ਰੋਟੀ ਨਸੀਬ ਨਹੀਂ ਹੁੰਦੀ। ਨਾ ਤੇ ਨਿਮਾਜ਼ੀਆਂ ਨੂੰ ਨਿਮਾਜ਼ ਪੜ੍ਹਨ ਦਾ ਸਮਾਂ ਅਤੇ ਨਾ ਹੀ ਪੂਜਾ ਕਰਨ ਵਾਲਿਆਂ ਤਾਈਂ ਪੂਜਾ ਦਾ ਸਮਾਂ ਮਿਲ ਰਿਹਾ ਹੈ। ਹਿੰਦਵਾਣੀਆਂ ਤੋਂ ਚੌਕੇ ਟਿੱਕੇ ਕੱਢੇ ਨਹੀਂ ਜਾ ਰਹੇ। ਰਾਮ ਦਾ ਨਾਮ ਲੈਣਾ ਤੇ ਕੀ, ਖੁਦਾ ਕਹਿਣਾ ਵੀ ਅਸੰਭਵ ਹੋ ਗਿਆ ਹੈ। ਸਵੇਰ ਦਾ ਸਮਾਂ, ਕੋਈ ਆਪਣੇ ਘਰ ਵਾਪਸ ਪਰਤ ਰਿਹਾ ਹੈ।
ਇੱਕ ਦੂਜੇ ਨੂੰ ਮਿਲ ਕੇ ਸੁੱਖ ਸਾਂਦ ਪੁੱਛਦੇ ਹਨ। ਇੱਕ ਜਿਨ੍ਹਾਂ ਦਾ ਕੋਈ ਜੀਵ ਬਚਿਆ ਹੀ ਨਹੀਂ, ਬੈਠੇ ਦੁਖੀ ਹੋ ਰਹੇ ਹਨ। ਆਖਰ ਫੇਰ ਇਹੀ ਆਖਦੇ ਹਨ, ਜੋ ਉਸ ਨੂੰ ਮਨਜ਼ੂਰ ਉਹੀ ਹੁੰਦਾ ਹੈ, ਆਪਣੇ ਕਰਮਾਂ ਦਾ ਹੀ ਦੋਸ਼ ਹੈ। ਸੋ ਪੋ ਫੁੱਟੀ, ਅੰਮ੍ਰਿਤ ਵੇਲਾ ਹੋ ਗਿਆ, ਕਹਿਰਾਂ ਦੀ ਰਾਤ ਮੁੱਕੀ ਤੇ ਗੁਰੂ ਜੀ ਭਾਈ ਲਾਲੋ ਅਤੇ ਨਾਲ ਮਰਦਾਨਾ ਬਾਹਰ ਆ ਉਹਨਾਂ ਗਲੀਆਂ ਉਹਨਾਂ ਮਹਿਲਾਂ ਵੱਲ ਹੋ ਤੁਰੇ। ਕੀ ਦੇਖਦੇ ਹਨ ਕਿ ਖੂਨ ਦੇ ਸੋਹਲੇ ਘਰ ਘਰ ਪੈਂਦੇ ਹਨ, ਵਿਰਲਾਪ ਹੋ ਰਹੇ ਹਨ। ਰਤ ਹੀ ਰਤ, ਖੂਨ ਹੀ ਖੂਨ ਸਾਰੇ ਪਾਸੀਂ ਨਜ਼ਰ ਆ ਰਿਹਾ ਹੈ। ਕਾਇਆ ਰੂਪੀ ਕੱਪੜੇ ਟੁਕੜੇ ਟੁਕੜੇ ਹੋਏ ਗਲੀਆਂ ਵਿੱਚ ਪਏ ਹਨ ਤੇ ਕਿਤੇ ਕਿਤੇ ਕੋਈ ਸੈਕ ਦੀ ਲਾਸ਼ ਕਹਿ ਰਹੀ ਹੈ ਕਿ ਕਿਸੇ ਮਹਾਪੁਰਸ਼ ਸਾਨੂੰ ਪਹਿਲੇ ਆਖਿਆ ਵੀ ਸੀ। ਉਧਰੋਂ ਗੁਰੂ ਜੀ ਬੜੀ ਅਗੰਮੀ ਸਵਰ ਵਿੱਚ, ਆਸਾ ਰਾਗ ਵਿੱਚ ਤੇ ਇਸ ਭਾਣੇ ਨੂੰ ਦੇਖ ਕੇ ਮਾਲਕ ਪਰਮਾਤਮਾ ਪਾਸ ਬੇਨਤੀ ਕਰਦੇ ਆਖ ਰਹੇ ਹਨ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸਦੂਰ। ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੈ ਧੂੜ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਆਦੇਸ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਕਰ ਕਰ ਦੇਖੈ ਵੇਸ ਰਹਾਉ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ। ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ। ਉੱਪਰੋਂ ਪਾਣੀ ਵਾਰੀਐ ਝੱਲੇ ਝਿਮਕਣ ਪਾਸ। 1 ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ। ਗਰੀ ਸੁਹਾਰੇ ਖਾਂਦੀਆਂ ਮਾਣਨ ਸੇਜੜੀਆਂ। 3 ਗਲ ਸਿਲਕਾ ਪਾਈਆਂ ਟੁੱਟਨ ਮੋਤ ਸਰੀਆਂ। ਧਨ ਜੋਬਨ ਦੋਇ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਜੇ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਏ। ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ। ਸਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੈ ਚਾਏ। ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਇਕ ਨਾ ਵਕਤ ਖਵਾਈ ਹੈ, ਇਕ ਨਾ ਪੂਜਾ ਚਾਏ। ਚੌਂਕੇ ਵਿਣ ਹਿੰਦਵਾਣੀਆਂ ਕਿਉ ਟਿੱਕੇ ਕੱਢਹਿ ਨਾਏ। ਰਾਮ ਨਾ ਕਬਹੂ ਚੇਤਿਓ ਹੁਣ ਕਹਿਣ ਨਾ ਮਿਲੈ ਖੁਦਾਏ। ਇਕ ਘਰ ਆਵਹਿ ਆਪਣੇ, ਇਕ ਮਿਲ ਮਿਲ ਪੁੱਛੈ ਸੁਖ। ਇਕ ਨਾ ਇਹੋ ਲਿਖਿਆ ਬਹਿ ਬਹਿ ਰੋਵਹਿ ਦੁਖ। ਜੋ ਤਿਸ ਭਾਵੈ ਸੋ ਥੀਐ, ਨਾਨਕ ਕਿਆ ਮਾਨੁਖ। ਅਜਿਹੀ ਦਿਸ਼ਾ ਦੇਖਦੇ ਹੋਏ ਅੱਗੇ ਤੁਰੀ ਜਾਂਦੇ ਹਨ ਅਤੇ ਉਸੇ ਕਰਤੇ ਨੂੰ ਨਮਸਕਾਰ ਅਰਦਾਸ ਵੀ ਕਰਦੇ ਹਨ ਅਤੇ ਇਹੀ ਉਚਾਰੀ ਜਾਂਦੇ ਹਨ। ਆਦੇਸ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਕਰ ਕਰ ਦੇਖਹਿ ਵੇਸ, ਕਰ ਕਰ ਦੇਖਹਿ ਵੇਸ। ਐਸੇ ਤਰ੍ਹਾਂ ਗਲੀਆਂ ਕੂਚਿਆਂ ਵਿੱਚੋਂ ਦੇਖਦੇ ਅੱਗੇ ਤੁਰੀ ਜਾ ਰਹੇ ਹਨ। ਉਹ ਜਿੱਥੇ ਹਾਥੀਆਂ ਅਤੇ ਘੋੜਿਆਂ ਦੇ ਬੰਨਣ ਦੇ ਅਸਤਬਲ ਸਨ, ਉਹ ਨਜ਼ਰੀ ਨਹੀਂ ਪੈਂਦੇ। ਕਿੱਥੇ ਗਏ ਹਨ? ਉਹਨਾਂ ਦੇ ਨਗਾੜੇ ਵੀ ਨਜ਼ਰ ਨਹੀਂ ਪੈਂਦੇ। ਅਤੇ ਸ਼ਹਿਨਾਈਆਂ ਕਿੱਥੇ ਹਨ? ਸੈਦਪੁਰੀ ਅਮੀਰਜ਼ਾਦੇ ਜੋ ਤੇਗਬੰਦ ਯਾਨੀ ਕਿ ਗਾਤਰੇ, ਪਸ਼ਮੀਨੇ ਤੇ ਸੋਨੇ ਪਾਈ ਰੱਖਦੇ ਸਨ, ਉਹ ਕਿੱਥੇ ਗਏ? ਉਹਨਾਂ ਦੀਆਂ ਨਾਲ ਫੌਜੀ ਵਰਦੀਆਂ ਵੀ ਨਜ਼ਰ ਨਹੀਂ ਪੈਂਦੀਆਂ। ਕਿੱਥੇ ਹਨ? ਉਹ ਜੋ ਸ਼ੀਸ਼ੇ ਸਨ, ਸੁੰਦਰੀਆਂ ਜਿਨ੍ਹਾਂ ਨੂੰ ਦੇਖ ਦੇਖ ਕੇ ਹਾਰ ਸ਼ਿੰਗਾਰ ਕਰਦੀਆਂ ਖੂਬਸੂਰਤ ਚਿਹਰੇ ਬਣਾ ਬਣਾ ਬਹਿੰਦੀਆਂ ਸਨ, ਉਹ ਵੀ ਕਿਧਰੇ ਨਜ਼ਰ ਨਹੀਂ ਪੈਂਦੇ। ਕਿੱਥੇ ਹਨ? ਪਾਪ ਦੀ ਜੰਜ ਨੇ ਸਭ ਕੁਝ ਲੁੱਟ ਪੁੱਟ ਲਿਆ, ਕੁਝ ਵੀ ਨਜ਼ਰ ਨਹੀਂ ਪੈਂਦਾ। ਇਹ ਕੁਝ ਦੇਖਦੇ ਹੋਏ ਉਸ ਮਾਲਕ ਪ੍ਰਭੂ ਦੀ ਕਿਰਤੀ ਨੂੰ ਤੱਕਦੇ ਹੋਏ ਫੇਰ ਵੀ ਸੀਸ ਨਿਵਾ ਇਹੀ ਆਖਦੇ ਹਨ, ਹੇ ਮੇਰੇ ਕਰਤਾ, ਇਹ ਜਗ, ਇਹ ਸ੍ਰਿਸ਼ਟੀ, ਇਹ ਪ੍ਰਿਥਵੀ, ਇਹ ਸਭ ਕੁਝ ਤੇਰਾ ਕੀਤਾ ਹੈ। ਇੱਕ ਘੜੀ ਵਿੱਚ ਤੂੰ
ਉਸਾਰ ਦਿੰਦਾ ਹੈ ਅਤੇ ਅਗਲੇ ਪਲ ਵਿੱਚ ਹੀ ਤੂੰ ਉੱਚੇ ਉੱਚੇ ਮਹਿਲ ਮਾੜੀਆਂ ਢਾਹ ਢੇਰੀ ਕਰ ਖਾਕ ਦਰ ਖਾਕ ਕਰ ਦਿੰਦਾ ਹੈ। ਜਿਵੇਂ ਇਹ ਹੋਇਆ ਇੱਕ ਘੜੀ ਵਿੱਚ ਹੀ ਕਿ ਜਿਹੜੇ ਬੇਸ਼ੁਮਾਰ ਧਨ ਦੌਲਤ ਇਕੱਠਾ ਕਰੀ ਬੈਠੇ ਸਨ, ਫੌਜਾਂ ਦੇ ਮਾਲਕ ਸਨ, ਜਿਹੜੇ ਇਹ ਆਖਦੇ ਕਿ ਕੋਈ ਸਾਡੀ ਵਾਹ ਵੱਲ ਨਹੀਂ ਵੇਖ ਸਕਦਾ, ਅਸੀਂ ਤਬਾਹ ਕਰ ਦੇਵਾਂਗੇ। ਜੇ ਕੋਈ ਸਾਡੇ ਵੱਲ ਬੁਰੀ ਨਜ਼ਰ ਕਰਕੇ ਤੱਕੇਗਾ, ਸਾਡੇ ਪਾਸ ਧਨ ਦੌਲਤ ਹਾਥੀ ਘੋੜੇ ਫੌਜਾਂ ਹਨ, ਉਹ ਹੇ ਮਾਲਕ ਉਹਨਾਂ ਤੋਂ ਖੋ ਕੇ ਦੂਜਿਆਂ ਨੂੰ ਵੰਡ ਦਿੱਤਾ, ਤੂੰ ਧਨ ਹੈ। ਆਦੇਸ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਤ ਨ ਪਾਇਆ। ਕਰ ਕਰ ਦੇਖਹਿ ਵੇਸ, ਕਰ ਕਰ ਦੇਖਹਿ ਵੇਸ। ਥੋੜੀ ਦੇਰ ਕਰਤੇ ਦੀ ਕੁਦਰਤ ਤੱਕ, ਫਿਰ ਅਗਾਂਹ ਜਾ ਰਹੇ। ਕੀ ਦੇਖਦੇ? ਉਹ ਜੋ ਘਰ ਸਨ ਉੱਚੇ ਉੱਚੇ ਦਰਵਾਜ਼ਿਆਂ ਵਾਲੇ, ਉਹਨਾਂ ਦਰਵਾਜ਼ਿਆਂ ਤੇ ਕਾਰੀਗਰਾਂ ਬੜੇ ਸੁੰਦਰ ਛਲਾਈ ਕਰਕੇ ਵੇਲ ਬੂਟੇ ਪਾਏ ਹੋਏ ਸਨ। ਉਹ ਤੇ ਕਿਤੇ ਨਜ਼ਰ ਨਹੀਂ ਪੈਂਦੇ, ਕਿੱਥੇ ਹਨ? ਵੱਡੇ ਵੱਡੇ ਸ਼ਮਿਆਨੇ ਵੀ ਨਜ਼ਰ ਨਹੀਂ ਪੈਂਦੇ। ਉੱਥੇ ਹੋਰ ਅੱਗੇ ਕੀ ਦੇਖਦੇ ਹਨ? ਇੱਥੇ ਤਾਂ ਵੱਡੀਆਂ ਵੱਡੀਆਂ ਸਰਾਵਾਂ ਸਨ, ਉਹ ਵੀ ਕਿੱਥੇ ਗਈਆਂ? ਅਤੇ ਉਹ ਪਲੰਗ ਕਿੱਥੇ ਹਨ? ਉਹ ਸੋਹਣੀਆਂ ਮਖਮਲੀ ਬਛਾਈਆਂ ਸੋਹਣੀਆਂ ਕੋਮਲ ਕਾਮਨੀਆਂ, ਯਾਨੀ ਕਿ ਇਸਤਰੀਆਂ, ਜਿਹੜੀਆਂ ਪਤੀ ਨੂੰ ਲੁਭਾਇਮਾਨ ਕਰਦੀਆਂ ਸਨ ਤੇ ਉਹਨਾਂ ਮਰਦਾਂ ਦੀਆਂ ਅੱਖੀਆਂ ਵਿੱਚੋਂ ਨੀਂਦ ਉਡਾ ਦਿੰਦੀਆਂ ਸਨ। ਪਾਨਾਂ ਦੇ ਬੀੜੇ ਲਾਣ ਵਾਲੀਆਂ ਤੰਬੋਲਨਾਂ ਵੀ ਦਿਸ ਨਹੀਂ ਰਹੀਆਂ ਅਤੇ ਪਾਨਦਾਨ ਤੇ ਪਾਨਾਂ ਦਾ ਸਮਾਨ ਰੱਖਣ ਵਾਲੇ ਛਾਈ ਮਾਈ ਖਿੰਡਿਆ ਪਿਆ, ਕਿਧਰੇ ਦਿਸਦਾ ਹੀ ਨਹੀਂ ਕਿੱਥੇ ਹੈ। ਅਤੇ ਪਠਾਣਾਂ ਦੀਆਂ ਬੇਗਮਾਂ ਜੋ ਪਰਦਿਆਂ ਵਿੱਚ ਰਹਿੰਦੀਆਂ ਸਨ, ਉਹ ਪਰਦੇ, ਉਹ ਹਰਮ ਨਹੀਂ ਦਿਸਦੇ, ਕਿੱਥੇ ਹਨ? ਧੁੱਪ ਛਾਂ ਦੀ ਤਰ੍ਹਾਂ ਉੜ ਗਏ ਹਨ। ਜਿਹੜਾ ਧਨ ਦੌਲਤ ਸਾਰੀਆਂ ਖੁਸ਼ੀਆਂ ਦਿੰਦਾ ਸੀ ਅਤੇ ਐਸ਼ੋ ਇਸ਼ਰਤ ਦੇ ਸਾਧਨ ਪੈਦਾ ਕਰਦਾ ਸੀ ਅਤੇ ਇਸ ਦੇ ਇਕੱਠੇ ਕਰਨ ਖਾਤਰ ਠੱਗੀ ਚੋਰੀ ਧੱਕੇਸ਼ਾਹੀ ਕਰਦਾ ਸੀ, ਪਾਪ ਕਰਦਾ ਸੀ, ਉਹ ਜ਼ਰ ਦੌਲਤ ਵੀ ਨਜ਼ਰ ਨਹੀਂ ਪੈਂਦਾ, ਕਿੱਥੇ ਹੈ? ਜਿਹੜਾ ਜ਼ਰ ਇਕੱਠਾ ਕੀਤਾ ਸੀ, ਇਹ ਸਾਰਾ ਕਾਰਨ ਜੋ ਪਾਪ ਦੀ ਜੰਜ ਆਉਣ ਦਾ ਬਣਿਆ, ਉਹ ਪਾਪ ਕਰਕੇ ਇਕੱਠੀ ਕੀਤੀ ਮਾਇਆ ਦਾ ਹੀ ਹੈ। ਪਾਪ ਕਰਕੇ ਇਕੱਠੀ ਤਾਂ ਕਰਦੇ ਰਹੇ, ਪਰੰਤੂ ਹੁਣ ਮੋਇਆ ਨਾਲ ਗਈ ਨਹੀਂ, ਆਖਰ ਇਹ ਵੀ ਸਾਥ ਛੱਡ ਗਈ। ਜਿਹੜੇ ਇਨਸਾਨ ਐਸ ਮਾਇਆ ਵਸ ਹੋ ਕੇ ਕਰਤੇ ਨੂੰ ਭੁੱਲ ਜਾਂਦੇ ਹਨ, ਉਹ ਮਾਇਆ ਵਿੱਚ ਹੀ ਗਲਤਾਨ ਰਹਿੰਦੇ ਹਨ, ਕਰਤਾਰ ਨੂੰ ਭੁੱਲ ਜਾਂਦੇ ਹਨ ਤੇ ਉਹਨਾਂ ਦੀ ਮੱਤ ਮਾਰੀ ਜਾਣ ਕਰਕੇ ਚੰਗੇ ਵਿਚਾਰ, ਚੰਗੀ ਮੱਤ ਵੀ ਕੁਦਰਤੀ ਉਸ ਦਾ ਸਾਥ ਛੱਡ ਜਾਂਦੇ ਹਨ। ਪਰਮਾਤਮਾ ਵੀ ਸੱਚਾ ਸਾਹਿਬ, ਜਿਸ ਦਾ ਨਿਆਂ ਵੀ ਸੱਚਾ ਹੈ, ਉਸ ਕੋਲੋਂ ਚੰਗੀ ਮੱਤ ਖੋਹ ਲੈਂਦਾ ਹੈ। ਜਿਸ ਸਮੇਂ ਗੁਰੂ ਜੀ ਪਹਿਲੇ ਪਾਪ ਦੀ ਜੰਜ ਬਾਰੇ ਆਖ ਗਏ ਸਨ, ਪਿੱਛੇ ਵੀ ਲਿਖ ਚੁੱਕੇ ਹਾਂ। ਆਮ ਜਨਤਾ ਨੇ ਪੀਰ ਫਕੀਰ ਅਨੇਕਾਂ ਮਨਾਏ ਸਨ, ਸੋ ਅੱਜ ਜਿਵੇਂ ਕੋਈ ਗੁਰੂ ਜੀ ਨੂੰ ਅਜਿਹੇ ਹਾਲਤ ਤੱਕਦੇ ਹੋਏ ਭਾਈ ਲਾਲੋ ਜੀ ਆਖ ਰਹੇ ਹਨ, ਮਹਾਰਾਜ ਅਨੇਕਾਂ ਹੀ ਪੀਰ ਇੱਥੇ ਰੱਖੇ ਹੋਏ ਸਨ, ਉਹ ਬੜਾ ਕੁਝ ਕਰਦੇ ਸਨ, ਮਾਲਾ ਫੇਰਦੇ, ਜਾਦੂ ਟੋਣੇ ਕਰਦੇ, ਉਤਾਂਹ ਬਾਹਾਂ ਕਰ ਕਰ ਰੱਬ ਅੱਗੇ ਜੋਦੜੀਆਂ ਕਰਦੇ, ਨੀਵੇਂ ਹੋ ਨਮਾਜ਼ਾਂ ਪੜ੍ਹਦੇ, ਪਰੰਤੂ ਕਿਸੇ ਨੇ ਵੀ ਕੁਝ ਨਾ ਕੀਤਾ। ਇਹ ਤਾਂ ਆਖਦੇ ਸਨ ਕਿ ਅਸੀਂ ਬਾਬਰ ਦਾ ਹਮਲਾ ਹੀ ਰੋਕ ਦੇਵਾਂਗੇ, ਮੁਗਲ ਅੰਨੇ ਹੋ ਜਾਣਗੇ ਆਦਿ। ਗੁਰੂ ਜੀ ਨੇ ਕਿਹਾ, ਭਾਈ ਇੱਥੇ ਜਿਹੜੇ ਘਰ ਬਣੇ ਹੋਏ ਸਨ, ਬੜੇ ਮਜ਼ਬੂਤ, ਪੱਕੇ ਅਤੇ ਉੱਚੇ ਉੱਚੇ, ਮੰਦਰ ਆਦਿ ਤਾਂ ਕੋਈ ਨਜ਼ਰ ਨਹੀਂ ਆਉਂਦਾ। ਇਹ ਅਮੀਰਜ਼ਾਦਿਆਂ ਦੇ ਟੁਕੜੇ ਹੋਏ ਪਏ ਮਿੱਟੀ ਵਿੱਚ ਰੁਲਦੇ ਪਏ ਹਨ। ਉਹ ਪੀਰ ਫਕੀਰ ਵੀ ਦਿਸਦੇ ਨਹੀਂ, ਕਿੱਥੇ ਹਨ? ਅਤੇ ਕੋਈ ਮੁਗਲ ਵੀ ਅੰਨਾ ਨਹੀਂ ਹੋਇਆ, ਕਿਸੇ ਕੋਈ ਕਰਾਮਾਤ ਪਰਚਾ ਨਹੀਂ ਲਾਇਆ। ਇਹ ਤਾਂ ਭਾਈ ਮੁਗਲਾਂ ਦੀ ਤੇ ਪਠਾਣਾਂ ਦੀ ਲੜਾਈ ਹੋਈ ਹੈ। ਇਹ ਲੜਾਈ ਦਾ ਮੈਦਾਨ ਜਿਸ ਤਰ੍ਹਾਂ ਹੁੰਦਾ ਹੈ, ਲਾਸ਼ਾਂ ਦੇ ਢੇਰ ਤੇ ਗਾਂ ਤਲਵਾਰਾਂ ਪਈਆਂ ਹਨ, ਕੋਈ ਗੋਲੀਆਂ ਦੇ ਜ਼ਖਮਾਂ ਨਾਲ ਮਰੇ ਪਏ ਹਨ। ਕਿੱਥੇ ਹਾਥੀਆਂ ਤੇ ਚੜ੍ਹ ਲੜਾਈ ਕੀਤੀ, ਅਨੇਕਾਂ ਹਥਿਆਰਾਂ ਦੁਆਰਾ, ਜਿਵੇਂ ਕਿਸੇ ਤੀਰਾਂ, ਕਿਸੇ ਬੰਦੂਕਾਂ, ਕਿਸੇ ਤੋਪਾਂ ਆਦਿ ਨਾਲ ਵੀ ਮੁਕਾਬਲੇ ਹੋਏ।
ਪਰੰਤੂ ਜਿਨ੍ਹਾਂ ਦੀ ਚਿਰੀ ਦਰਗਾਹ ਵਿੱਚੋਂ ਪਾਟ ਗਈ, ਫਟ ਗਈ। ਆਖਰ ਮੌਤ ਦਾ ਸੱਦਾ ਤੁਰ ਦਰਗਾਹ ਤੋਂ ਆਣ ਪੁੱਜਾ। ਉਹ ਹਮੇਸ਼ਾ ਲਈ ਹੀ ਇਸ ਦੁਨੀਆ ਤੋਂ ਤੁਰ ਗਏ। ਉੱਥੇ ਕੋਈ ਜਾਤ ਪਾਤ ਦਾ ਰਾਖਾ ਨਜ਼ਰ ਨਹੀਂ ਆਇਆ। ਭਾਵੇਂ ਕੋਈ ਹਿੰਦਵਾਣੀ ਸੀ ਜਾਂ ਤੁਰਕਾਣੀ, ਕੋਈ ਪਟਿਆਣੀ ਤੇ ਕੋਈ ਠਕੁਰਾਣੀ। ਅੱਜ ਸਾਰਿਆਂ ਦੇ ਪਹਿਨਣ ਵਾਲੇ ਕੱਪੜੇ ਬੁਰਕੇ ਆਦਿ ਫਟੇ ਹੋਏ ਹਨ। ਕੱਪੜੇ ਹੀ ਨਹੀਂ, ਪੈਰਾਂ ਤੋਂ ਲੈ ਕੇ ਸਰੀਰ ਵੀ ਫਟੇ ਕਟੇ ਵੱਡੇ ਪਏ ਹਨ। ਸਭ ਮੌਤ ਦੇ ਘਾਟ ਪੁੱਜ ਚੁੱਕੀਆਂ ਹਨ। ਇਹ ਦੇਖ ਲੈ ਭਾਈ ਲਾਲੋ, ਜਿਸ ਸਮੇਂ ਤੂੰ ਪੁੱਛ ਕੀਤੀ ਸੀ ਉੱਚੀ ਜਾਤ ਜਾਂ ਨੀਵੀਂ ਜਾਤ ਦੀਆਂ ਹਿੰਦਵਾਣੀਆਂ ਜਾਂ ਤੁਰਕਾਣੀਆਂ, ਕਿਹਨਾਂ ਨੂੰ ਲੇਖਾ ਦੇਣਾ ਪਵੇਗਾ? ਉਸ ਸਮੇਂ ਖਸਮ ਦੀ ਬਾਣੀ ਦੁਆਰਾ ਬੇਨਤੀ ਕੀਤੀ ਸੀ ਨਾ, ਕਰਤੇ ਤੋਂ ਸਭ ਭੁੱਲੇ ਪਏ ਹਨ, ਸਾਰਿਆਂ ਨੂੰ ਹੀ ਲੇਖਾ ਦੇਣਾ ਪਵੇਗਾ। ਇਹ ਦੇਖ ਲੈ, ਸੱਚ ਦੀ ਬਾਣੀ ਹੀ ਉਸ ਸਮੇਂ ਆਖੀ ਸੀ, ਸੱਚਾ ਸਮਾਂ ਸੀ, ਸੋ ਪੂਰਾ ਹੋ ਗਿਆ। ਅਸਾਂ ਤੇਰੇ ਸਾਹਮਣੇ ਇੱਕ ਕਿਸਮ ਦੀ ਕਸਮ ਖਾ ਕੇ ਆਖਿਆ ਸੀ, ਸੋ ਦੇਖ ਲੈ ਭਾਈ ਲਾਲੋ, ਦੇਖ ਲੈ, ਜਿਹੜੀਆਂ ਬਚ ਵੀ ਗਈਆਂ ਹਨ ਅਜਿਹੇ ਭਿਆਨਕ ਸਮੇਂ ਤੋਂ, ਉਹਨਾਂ ਦੀ ਹੁਣ ਕੀ ਜ਼ਿੰਦਗੀ ਹੈ? ਇਹ ਜ਼ਿੰਦਗੀ ਦੀ ਲੰਬੇਰੀ ਰਾਤ ਕਿਵੇਂ ਕੱਟੇਗੀ? ਜਿਨ੍ਹਾਂ ਦੇ ਪਤੀ ਪਰਤ ਕੇ ਘਰ ਨਹੀਂ ਪੁੱਜੇ, ਉਹ ਜੀਵਨ ਕਿਵੇਂ ਬਤੀਤ ਕਰਨਗੀਆਂ? ਵਿਪਦਾ ਭਰੀ ਰਾਤ ਕਿਵੇਂ ਬੀਤੇਗੀ? ਆਖਰ ਜੋ ਬੀਜਦੇ ਹਾਂ ਉਹੀ ਵੱਢਣਾ ਹੈ। ਉਹ ਕਰਤਾ ਤਾਂ ਉੱਪਰ ਹੁਕਮ ਹੀ ਕਰਦਾ ਹੈ ਅਤੇ ਹੁਕਮ ਕਰਕੇ ਆਪਣੀ ਡਿਊਟੀ ਪੂਰੀ ਕਰਕੇ ਖੁਸ਼ ਹੁੰਦਾ ਹੈ। ਜਿਹੋ ਜਿਹੇ ਇਹਨਾਂ ਦੇ ਕੀਤੇ ਕਰਮ ਸਨ, ਸੋ ਇਹਨਾਂ ਤਾਈਂ ਉਹਨਾਂ ਕਰਮਾਂ ਦਾ ਫਲ ਮਿਲਦਾ ਹੈ, ਕਿਉਂਕਿ ਕਰਤਾਰ ਹੀ ਸਭ ਕੁਝ ਕਰਦਾ ਹੈ। ਹੋਰ ਕਿਸੇ ਨੂੰ ਵੀ ਕੀ ਆਖਿਆ ਤੇ ਸੁਣਾਇਆ ਜਾ ਸਕਦਾ ਹੈ। ਸੋ ਦੁੱਖ ਤੇ ਸੁੱਖ ਹਨ, ਇਹ ਵੀ ਉਸੇ ਪਾਸ ਹਨ, ਹੋਰ ਕਿਸੇ ਪਾਸ ਕੀ ਆਖਿਆ ਜਾ ਸਕਦਾ ਹੈ? ਇਸ ਵਾਸਤੇ ਕਰਤਾਰ ਨੂੰ ਭੁੱਲਣਾ ਨਹੀਂ ਚਾਹੀਦਾ। ਉਸ ਤੋਂ ਜਿਸ ਸਮੇਂ ਦੂਰ ਹੋ ਜਾਈਦਾ ਤਾਂ ਦੁੱਖ ਹੀ ਦੁੱਖ ਵਾਪਰਦੇ ਹਨ, ਕਿਉਂਕਿ ਦੂਰ ਹੋਇਆਂ ਉਹ ਤਾਂ ਭਾਵੇਂ ਸਾਨੂੰ ਦੇਖਦਾ ਹੈ, ਪਰੰਤੂ ਅਸੀਂ ਦੂਰ ਹੋ ਧਨ ਦੌਲਤ ਦੇ ਲਾਲਚ ਵਿੱਚ ਫਸ ਕੇ ਪਾਪ ਕਰਨ ਤੋਂ ਸੰਕੋਚ ਨਹੀਂ ਕਰਦੇ। ਸੋ ਇਹ ਕੁਝ ਉਸ ਭਿਆਨਕ ਵਾਰਦਾਤ ਦਾ ਹਾਲ ਗੁਰੂ ਜੀ ਨੇ ਅੱਖੀਂ ਡਿਠਾ, ਮਨ ਤੇ ਡੂੰਘਾ ਅਸਰ ਹੋਇਆ ਅਤੇ ਕਿਹਾ, ਕਹਾਂ ਸੁਖੇਲ ਤਬੇਲਾ ਘੋੜੇ, ਕਹਾਂ ਭੇੜੀ ਸਹਿਨਾਈ, ਕਹਾਂ ਸੋ ਤੇਗ ਬੰਦ ਗਾੜੇ ਰੜ, ਕਹਾਂ ਸੋ ਲਾਲ ਕੁਆਈ, ਕਹਾਂ ਸੋ ਆਰਸੀਆਂ ਮੂੰਹ ਬੰਕੇ, ਐਥੈ ਦਿਸਹਿ ਨਾਹੀ, ਇਹੋ ਜਗ ਤੇਰਾ ਤੂੰ ਗੋਸਾਈ। ਏਕ ਘੜੀ ਮਹਿ ਥਾਪ ਉਥਾਪੇ, ਜਰ ਵੱਡ ਦੇਵੈ ਭਾਈ ਰਹਾਉ, ਕਹਾਂ ਸੋ ਘਰ ਦਰ ਮੰਡਪ ਮਹਿਲਾ, ਕਹਾਂ ਸੋ ਬੰਕ ਸਰਾਈ, ਕਹਾਂ ਸੋ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਈ, ਕਹਾਂ ਸੋ ਪਾਨ ਤੰਬੋਲੀ ਹਰਮਾ, ਹੋਈਆ ਛਾਈ ਮਾਈ। ਇਸ ਜਰ ਕਾਰਨ ਘਣੀ ਵਿਗੁੱਤੀ, ਇਨ ਜਰ ਘਣੀ ਖੁਆਈ, ਪਾਪਾਂ ਬਾਝੋ ਹੋਵੈ ਨਾਹੀ, ਮੋਇਆ ਸਾਥ ਨਾ ਜਾਈ। ਜਿਸਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ। ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਥਾਨ ਮੁਕਾਮ ਜਲੇ ਬਿਜ ਮੰਦਰ, ਮੁਛ ਮੁਛ ਕੋਇਰ ਰੁਲਾਇਆ। ਕੋਈ ਮੁਗਲ ਨਾ ਹੋਆ ਅੰਦਾ, ਕਿਨੈ ਨਾ ਪਰਚਾ ਲਾਇਆ। ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਈ। ਓਨੀ ਤੁਪਕ ਤਾਨ ਚਲਾਈ, ਓਨੀ ਹਸਤ ਚੜਾਈ। ਜਿਨ ਕੀ ਚੀਰੀ ਦਰਗਾਹ ਪਾਟੀ, ਤਿੰਨਾ ਮਰਨਾ ਭਾਈ। ਇਕ ਹਿੰਦਵਾਣੀ ਅਵਰ ਤੁਰਕਾਣੀ, ਪਟਿਆਣੀ ਠਕੁਰਾਣੀ। ਇਕ ਨਾ ਫੇਰਨ ਸਿਰ ਖੁਰ ਪਾਟੇ, ਇਕ ਨਾ ਵਾਸ ਮਸਾਣੀ। ਜਿਨ ਕੇ ਬੰਕੇ ਘੜੀ ਨਾ ਆਇਆ, ਤਿਨ ਕਿਉ ਰਹਿਣ ਵਿਹਾਣੀ। ਆਪੇ ਕਰੇ ਕਰਾਏ ਕਰਤਾ, ਕਿਸਨੂੰ ਆਖ ਸੁਣਾਈਐ। ਦੁਖ ਸੁਖ ਤੇਰੇ ਭਾਣੈ ਹੋਵੇ, ਕਿਸ ਥੈਂ ਜਾਏ ਰੁਆਈਐ। ਹੁਕਮੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ। ਮੀਰ ਬਾਬਰ ਤਾਈਂ ਮਿਲਣ ਦਾ ਵਿਚਾਰ ਵੀ ਮਨ ਵਿੱਚ ਪੈਦਾ ਹੋਇਆ ਅਤੇ ਭਾਈ ਲਾਲੋ ਜੀ ਤਾਈਂ ਆਖਦੇ
ਚਲੋ ਬਾਬਰ ਪਾਸ ਚਲੀਏ। ਗੁਰੂ ਜੀ ਉਸ ਪਾਸੇ ਤੁਰ ਪੈਂਦੇ ਜਿੱਥੇ ਖੁਰਾਸਾਨ ਤੋਂ ਆਇਆ ਤੇ ਹਿੰਦੁਸਤਾਨ ਨੂੰ ਡਰਾ ਰਿਹਾ ਸੀ ਅਤੇ ਆਪਣੇ ਅਧੀਨ ਕਰ ਰਿਹਾ ਸੀ। ਵੈਸੇ ਗੁਰੂ ਜੀ ਇਹ ਤਾਂ ਜਾਣਦੇ ਹੀ ਸਨ ਕਿ ਇਹ ਜੰਮ ਬਣਾ ਕੇ ਹੀ ਮੁਗਲਾਂ ਨੂੰ ਕਰਤੇ ਨੇ ਇੱਧਰ ਦੀ ਪ੍ਰਜਾ ਨੂੰ ਇਹਨਾਂ ਦੇ ਕੀਤੇ ਦਾ ਹੀ ਫਲ ਦੇਣ ਵਾਸਤੇ ਭੇਜਿਆ ਹੈ। ਪਰੰਤੂ ਫਿਰ ਵੀ ਤਾਂ ਇਹਨਾਂ ਜਮਾ ਤਾਈਂ ਜਾਂ ਆਗੂ ਮੀਰ ਤਾਈਂ ਵੀ ਤਾਂ ਸੋਚਣਾ ਚਾਹੀਦਾ ਹੈ ਇੰਨਾ ਪਾਪ ਆਪ ਵੀ ਨਾ ਕਰੇ। ਕਦੀ ਉਸ ਨਾਲ ਵੀ ਇਹ ਹਾਲ ਹੋ ਸਕਦਾ ਹੈ। ਇੰਨੀ ਮਾਰ ਕੁਟਾਈ ਕੀਤੀ, ਬੱਚੇ ਔਰਤਾਂ ਮਰਦ ਕੁਰਲਾ ਰਹੇ ਹਨ। ਐਸ ਤਾਈਂ ਜ਼ਰਾ ਵੀ ਦਰਦ ਨਹੀਂ। ਸੋ ਆਪ ਜੀ ਕਰਤਾਰ ਅੱਗੇ ਬੇਨਤੀ ਕਰਕੇ ਜਰਵਾਣੇ ਦਾ ਮੁਕਾਬਲਾ ਕਰਨ ਤੁਰ ਪਏ ਤੇ ਆਖ ਰਹੇ ਹਨ, ਕਰਤਾ ਤੂੰ ਸਭਨਾ ਕਾ ਸੋਈ। हे ਕਰਤਾ, ਤੂੰ ਹੀ ਸਭਨਾ ਦਾ ਕਰਨ ਕਾਰਨ ਸਮਰਥ ਹੈ। ਸਤਨਾਮ ਦਾ ਜਾਪ ਜਪਦੇ ਨਿਰਭੈ ਤੇ ਨਿਰਵੈਰ ਗੁਰੂ ਜੀ ਭਾਈ ਲਾਲੋ ਮਰਦਾਨਾ ਜੋ ਖਾਲਸਾ ਰੂਪ ਸਨ ਉਸ ਜਰਵਾਣੇ ਪਾਸ ਪੁੱਜ ਗਏ ਜਿੱਥੇ ਉਸ ਦਾ ਠਿਕਾਣਾ ਸੀ ਤੇ ਤੰਬੂ ਆਦਿ ਲਾਏ ਹੋਏ ਸਨ। ਤੰਬੂ ਅੰਦਰ ਇਸ ਤਰ੍ਹਾਂ ਫੇਰ ਮਾਇਆ, ਮਦ ਅਤੇ ਸ਼ਰਾਬ ਦੇ ਨਸ਼ੇ ਵਿੱਚ ਅੰਨਾ ਹੋਇਆ ਬਾਬਰ ਉਹਨਾਂ ਜੋਬਨਮਤੀਆਂ ਜੋ ਸੁੰਦਰੀਆਂ ਪਕੜ ਕੇ ਲਿਆਂਦੀਆਂ ਸਨ ਮੋਜ ਮੇਲਾ ਰੰਗ ਰਲੀਆਂ ਮਾਣ ਰਿਹਾ ਸੀ। ਗੁਰੂ ਜੀ ਜਾਂ ਨੇੜੇ ਆਏ ਬਾਬਰ ਨੂੰ ਸੰਬੋਧਨ ਕਰਦੇ ਉੱਚੀ ਸਵਰ ਵਿੱਚ ਆਖਦੇ ਹਨ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਇਹ ਬੜੀ ਦਰਦ ਭਰੀ ਆਵਾਜ਼ ਸੀ। ਬਾਬਰ ਭਾਵੇਂ ਕਿੰਨਾ ਵੀ ਕਠੋਰ ਸੀ ਪਰੰਤੂ ਦਰਦ ਭਰੀ ਆਵਾਜ਼ ਕਿਸੇ ਨਿਰਭੈ ਦੀ ਸੁਣ ਹਿਰਦਾ ਕੰਬਿਆ ਕਿ ਮੈਂ ਬੇਦਰਦੀ ਹਾਂ। ਅੱਲਾਹ ਤਾਲਾ ਤਾਂ ਬੇਦਰਦੀਆਂ ਨੂੰ ਸਜ਼ਾ ਦਿੰਦਾ ਹੈ। ਮੈਂ ਤੇ ਮੋਮਨ ਹਾਂ। ਮੋਮਨ ਤੇ ਕਦੀ ਬੇਦਰਦੀ ਨਹੀਂ ਹੁੰਦੇ। ਝਟਪਟ ਤੰਬੂ ਤੋਂ ਬਾਹਰ ਆਇਆ। ਕੀ ਤੱਕਦਾ ਹੈ? ਰੂਹਾਨੀ ਚਿਹਰਾ ਜੋ ਨਿਰਾ ਪੈ ਰਹਿਤ ਨੂਰ ਤੱਕਦਿਆਂ ਹੀ ਨਸ਼ਾ ਉਤਰ ਗਿਆ। ਇੱਥੇ ਕੁਝ ਸਾਖੀਕਾਰਾਂ ਦੇ ਵਿਚਾਰ ਹਨ। ਬਾਬਰ ਦੀਆਂ ਫੌਜਾਂ ਨੇ ਜਿਸ ਸਮੇਂ ਤਬਾਹੀ ਕੀਤੀ ਸੀ ਤਾਂ ਗੁਰੂ ਜੀ ਨੂੰ ਵੀ ਕੁਝ ਸਮਾਨ ਚੁਕਾ ਕੇ ਕੈਂਪ ਪੁੱਜਣ ਨੂੰ ਕੈਦੀ ਬਣਾ ਨਾਲ ਲੈ ਤੁਰੇ ਸਨ ਤੇ ਉਪਰੰਤ ਉਹ ਸਮਾਨ ਜੋ ਗੁਰੂ ਜੀ ਦੇ ਸਿਰ ਤੇ ਰੱਖਿਆ ਸੀ ਉਹ ਪੰਡਾਂ ਜਾਂ ਗੱਠਾਂ ਕੋਈ ਇੱਕ ਹੱਥ ਉੱਚੀਆਂ ਨਾਲ ਸਿਰ ਉੱਪਰ ਹੀ ਚੱਲ ਰਹੀਆਂ ਸਨ ਅਤੇ ਕੈਂਪ ਵਿੱਚ ਆ ਕੇ ਆਪ ਜੀ ਨੂੰ ਵੀ ਚੱਕੀਆਂ ਆਟਾ ਪੀਸਣ ਵਾਸਤੇ ਦਿੱਤੀਆਂ ਗਈਆਂ ਜੋ ਕਿ ਆਪੇ ਚੱਲਦੀਆਂ ਸਨ। ਅਜਿਹੇ ਵਿਚਾਰ ਨਾ ਤੇ ਗੁਰਬਾਣੀ ਵਿੱਚ ਮਿਲਦੇ ਨੇ ਤੇ ਨਾ ਹੀ ਗੁਰੂ ਜੀ ਅਜਿਹੇ ਵਿਚਾਰ ਕਦੀ ਪ੍ਰਗਟ ਕਰਦੇ ਸਨ। ਇਹ ਰਿਧੀਆਂ ਸਿੱਧੀਆਂ ਦਾ ਕੰਮ ਹੈ ਜੋ ਗੁਰੂ ਜੀ ਅਜਿਹੇ ਕਰਨ ਵਾਲਿਆਂ ਤਾਈਂ ਵਰਜਦੇ ਹਨ। ਜੋ ਪਿੱਛੋਂ ਕੁਝ ਹਵਾਲਾ ਦਿੱਤਾ ਗਿਆ ਮੋਦੀ ਖਾਨੇ ਹਿਸਾਬ ਪੁੱਛਣ ਸਮੇਂ ਅਤੇ ਸਿੱਧਾਂ ਤਾਈਂ ਹੋੜਦੇ ਹਨ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਉ। ਅਜਿਹੇ ਕਰਤੱਵ ਕਰਨ ਨਾਲ ਕਰਤਾਰ ਵਿਸਰ ਜਾਂਦਾ ਹੈ, ਆਪਣੀ ਹੋਂਦ ਧਾਰਨ ਕਰ ਲੈਂਦਾ ਹੈ ਜੋ ਹੋਮੇ ਦੇ ਰੂਪ ਵਿੱਚ ਹੋਰ ਪਾਸੇ ਲੱਗ ਜਾਂਦਾ ਹੈ। ਫਿਰ ਦੂਜੀ ਗੱਲ ਇਹ, ਗੁਰੂ ਜੀ ਤੇ ਭਾਈ ਲਾਲੋ ਤਾਂ ਪਹਿਲੇ ਹੀ ਸਤਨਾਮ ਜਪਦੇ ਅਤੇ ਚੇਤਨ ਕਰਦੇ ਸਨ। ਜੇ ਨਾਮ ਸਿਮਰਨ ਕਰਨ ਵਾਲੇ ਚੇਤਨ ਕਰਨ ਵਾਲੇ ਨੂੰ ਵੀ ਸਜ਼ਾ ਮਿਲਦੀ ਹੈ ਫਿਰ ਅੰਤਰ ਕੀ ਹੋਇਆ ਚੇਤਨ ਦਾ ਜਾਂ ਨਾ ਚੇਤਨ ਤੇ। ਗੁਰੂ ਜੀ ਤਾਂ ਫਰਮਾ ਰਹੇ ਹਨ, ਅੱਗੋਂ ਦੇ ਜੇ ਚੇਤੀਐ ਤਾਂ ਕਾਇਕ ਮਿਲੈ ਸਜਾਏ। ਸੋ ਗੁਰੂ ਜੀ ਨੂੰ ਕਿਸੇ ਸਜ਼ਾ ਕੀ ਦੇਣੀ ਸੀ? ਉਹ ਤੇ ਉਸ ਕੋਟ ਅੰਦਰ ਬੈਠੇ ਸਨ ਜਿਹੜਾ ਪੱਕਾ ਘਰ ਭਾਈ ਲਾਲੋ ਦਾ ਸੀ। ਉਧਰ ਤਾਂ ਕਿਸੇ ਦੀ ਜ਼ਰੂਰਤ ਹੀ ਨਹੀਂ ਪਈ। ਕਰਤਾਰ ਆਪ ਰਾਖਾ ਸੀ। ਸੋ ਅਜਿਹੀਆਂ ਸਾਖੀਆਂ ਗੁਰੂ ਜੀ ਦੇ ਉੱਚੇ ਸੁੱਚੇ ਜੀਵਨ ਤਾਈਂ ਸ਼ੋਭਦੀਆਂ ਨਹੀਂ। ਖੁਰਾਸਾਨ ਖਸਮਾ ਨਾ ਕੀਆ ਹਿੰਦੁਸਤਾਨ ਡਰਾਇਆ। ਐਸ ਸ਼ਬਦ ਦੇ ਵਿਚਾਰਾਂ ਤੋਂ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਗੁਰੂ ਜੀ ਆਪ ਚੱਲ ਕੇ ਬਾਬਰ ਤਾਈਂ ਉਪਦੇਸ਼ ਦੇਣ ਤੇ ਪ੍ਰਜਾ ਦੀ ਭਲਾਈ ਵਾਸਤੇ ਸਮਝੌਤਾ ਕਰਨ ਆਏ ਸਨ ਤੇ ਉਸ ਤਾਈਂ ਵੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਨੀ ਅਤੇ ਅੱਲਾਹ ਤਾਲਾ ਦੀ ਨਜ਼ਰ ਵਿੱਚ ਬੰਦਾ ਕੀ ਹੈ, ਗੁਰੂ ਜੀ ਦੀ ਇਹ ਆਵਾਜ਼ ਸੁਣ ਕੇ
ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਬਾਬਰ ਬਾਹਰ ਨਿਕਲਿਆ। ਰੂਹਾਨੀ ਚਿਹਰਾ ਬਾਬਰ ਨੇ ਡਿੱਠਾ ਤਾਂ ਬਾਬਰ ਦਾ ਸੀਸ ਥੋੜਾ ਜਿਹਾ ਝੁਕਿਆ। ਬਾਬਰ ਨੇ ਇਸ਼ਾਰਾ ਕੀਤਾ ਅੰਦਰ ਆਉਣ ਦਾ। ਗੁਰੂ ਜੀ, ਭਾਈ ਲਾਲੋ ਅਤੇ ਮਰਦਾਨਾ ਤਿੰਨੋਂ ਅੰਦਰ ਚਲੇ ਗਏ। ਬਾਬਰ ਨੇ ਆਦਰ ਨਾਲ ਬਿਠਾਇਆ ਅਤੇ ਗੱਲਬਾਤ ਕੀਤੀ। ਬਾਬਰ, ਕਿਵੇਂ ਆਏ ਸਾਈਂ ਬਾਬਾ ਜੀ? ਗੁਰੂ ਜੀ, ਅਸੀਂ ਇਹ ਕੁਰਲਾਟ ਸੁਣ ਨਹੀਂ ਸਕੇ। ਸਾਡੇ ਮਨ ਤੇ ਬੜਾ ਦੁੱਖ ਹੋਇਆ। ਕਿ ਤੈਨੂੰ ਜ਼ਰਾ ਵੀ ਦਰਦ ਨਹੀਂ ਹੋਇਆ? ਇਹਨਾਂ ਦਾ ਰੋਣਾ ਪਿਟਣਾ ਤੇਰੇ ਕੰਨਾਂ ਤਾਈਂ ਸੁਣਾਈ ਨਹੀਂ ਦਿੱਤਾ? ਤੂੰ ਵੀ ਤਾਂ ਆਖਰ ਇਨਸਾਨ ਹੈ। ਬਾਬਰ, ਮਹਾਰਾਜ ਜੀ, ਜੰਗਾਂ ਯੁੱਧਾਂ ਵਿੱਚ ਤਾਂ ਅਕਸਰ ਅਜਿਹਾ ਹੋਇਆ ਹੀ ਕਰਦਾ ਹੈ। ਇਹ ਕੋਈ ਨਈ ਬਾਤ ਤਾਂ ਨਹੀਂ। ਗੁਰੂ ਜੀ ਨੇ ਕਿਹਾ, ਹੇ ਬਾਬਰ, ਇਹ ਤੇਰੀ ਗੱਲ ਭਾਵੇਂ ਕੁਝ ਠੀਕ ਵੀ ਹੋਵੇ। ਜੇ ਤੇਰੀਆਂ ਫੌਜਾਂ ਨਾਲ ਹੀ ਲੜਦੀਆਂ ਤਾਂ ਭਾਈ ਸਾਡੇ ਮਨ ਤੇ ਕੋਈ ਰੋਸ ਜਾਂ ਗਿਲਾ ਨਹੀਂ ਸੀ। ਤੈਂ ਜੋ ਤਕੜੇ ਸ਼ੇਰਾਂ ਨੂੰ ਗਊਆਂ ਬੱਕਰੀਆਂ ਜਾਂ ਭੇਡਾਂ ਦੇ ਵੱਗਾਂ ਤੇ ਛੱਡ ਕੇ ਉਹਨਾਂ ਦਾ ਬੁਰਾ ਹਾਲ ਕੀਤਾ, ਜੋ ਪਰਜਾ ਸੀ ਇਹ ਤਾਂ ਤੇਰੀ ਰਿਆਇਆ ਸੀ। ਐਸ ਦੀ ਰਾਖੀ ਕਰਨਾ ਤੇ ਤੇਰਾ ਆਪਣਾ ਫਰਜ਼ ਸੀ ਇਨਸਾਨੀ। ਇਹ ਜਿਹੜੀਆਂ ਰੂਹਾਂ, ਕੁਝ ਬੱਚੇ ਸਨ, ਕੁਝ ਬਜ਼ੁਰਗ, ਕੁਝ ਔਰਤਾਂ ਜਿਨ੍ਹਾਂ ਦੇ ਸੋਹਣੇ ਰਤਨਾਂ ਦੀ ਤਰ੍ਹਾਂ ਜੀਵਨ ਸਨ, ਤੈਂ ਉਹਨਾਂ ਨੂੰ ਵੀ ਕੁੱਤਿਆਂ ਦੀ ਮੌਤੇ ਮਾਰ ਦਿੱਤਾ। ਇਹ ਤੇ ਚੰਗਾ ਕੰਮ ਨਹੀਂ ਕੀਤਾ। ਇਸ ਵਿੱਚ ਕੋਈ ਤੇਰੀ ਵਡਿਆਈ ਨਹੀਂ। ਮਰਨਾ, ਜੰਮਣਾ, ਜੋੜਨਾ, ਵਿਛੋੜਨਾ ਤੇ ਭਾਵੇਂ ਉਸੇ ਦੇ ਹੱਥ ਹੈ, ਪਰੰਤੂ ਤੂੰ ਇਹ ਕੁਝ ਕਿਉਂ ਕਰਦਾ ਹੈ? ਬਾਬਰ ਨੇ ਕਿਹਾ, ਸਾਈਂ ਜੀ, ਮੈਂ ਇਸ ਕਾਰਨ ਕਰਦਾ ਹਾਂ ਕਿ ਸਭ ਤੋਂ ਵੱਡਾ ਮੇਰਾ ਨਾਮ ਹੋ ਜਾਵੇ ਅਤੇ ਮੈਂ ਮਨ ਮਰਜ਼ੀ ਦੀ ਜ਼ਿੰਦਗੀ ਬਸਰ ਕਰਾਂ। ਗੁਰੂ ਜੀ ਨੇ ਕਿਹਾ, ਦੇਖ ਬਾਬਰ, ਜਿਹੜਾ ਵੀ ਕੋਈ ਆਪਣੇ ਆਪ ਵਿੱਚ ਵੱਡਾ ਕਹਾ ਰਿਹਾ ਹੈ ਜਾਂ ਕਹਾਣ ਦੇ ਵਾਸਤੇ ਅਜਿਹੇ ਕੰਮ ਕਰੇਗਾ, ਤੈਨੂੰ ਪਤਾ ਹੈ ਉਸ ਮਾਲਕ ਅੱਲਾਹ ਤਾਲਾ ਜਾਂ ਖਸਮ ਹੈ ਸਾਰਿਆਂ ਦਾ। ਉਸ ਦੀ ਨਜ਼ਰ ਨਿਗਾਹ ਵਿੱਚ ਤਾਂ ਤੂੰ ਵੀ ਇੱਕ ਕੀੜਾ ਹੀ ਹੈ ਜੋ ਇੱਕ ਇੱਕ ਦਾਣਾ ਚੁਗਦਾ ਹੈ। ਇਹ ਬਚਨ ਜਿਸ ਸਮੇਂ ਨਿਰਭੈਤਾ ਦੇ ਬਾਬਰ ਨੇ ਸੁਣੇ, ਹਿਰਦਾ ਕੰਬ ਉੱਠਿਆ। ਬਾਬਰ ਨੇ ਕਿਹਾ, ਹੈ ਤਾਂ ਇੱਕ ਕੀੜਾ? ਕੀ ਕੀੜੇ ਤੋਂ ਵੱਧ ਮੇਰਾ ਮੁੱਲ ਉਸ ਅੱਲਾਹ ਤਾਲਾ ਦੀ ਦਰਗਾਹ ਵਿੱਚ ਨਹੀਂ ਹੋਵੇਗਾ? ਹੈ ਇਹ ਕੀ ਮੈਂ ਸੁਣ ਰਿਹਾ? ਮੇਰੇ ਮਾਲਕ, ਮੈਨੂੰ ਕੁਝ ਰਸਤਾ ਦੱਸੋ, ਮੈਨੂੰ ਕੋਈ ਵਿਚਾਰ ਦਿਓ ਜੋ ਮੈਂ ਅੱਲਾਹ ਤਾਲਾ ਦੇ ਦਰ ਤੇ ਮਨਜ਼ੂਰ ਹੋਵਾਂ। ਗੁਰੂ ਜੀ ਨੇ ਕਿਹਾ, ਫੇਰ ਤੇ ਬਾਬਰ ਇੱਕ ਹੀ ਵਿਚਾਰ ਹੈ ਜੋ ਮਾਲਕ ਅੱਲਾਹ ਤਾਲਾ ਦੇ ਦਰ ਤੇ ਚੜਾ ਸਕਦਾ ਹੈ। ਬਾਬਰ, ਉਹ ਕਿਹੜੀ ਹੈ ਸਾਈਂ ਜੀ? ਉਹ ਉਹੀ ਹੈ, ਆਪਾ ਮਾਰਨਾ, ਹੋਮੈ ਮਾਰਨੀ ਤੇ ਪਰਜਾ ਤੇ ਰਹਿਮ ਕਰਨਾ, ਮਿਹਰ ਕਰਨੀ, ਸੱਚਾ ਨਿਆਂ ਕਰਨਾ, ਹੱਕ ਤੇ ਰਹਿਣਾ, ਪਰਜਾ ਨੂੰ ਤੰਗ ਕਰਕੇ ਧਨ ਇਕੱਠਾ ਨਾ ਕਰਨਾ, ਗਰੀਬਾਂ ਦੀ ਮਦਦ ਕਰਨੀ, ਇਤਿਆਦੀ ਨੇਕ ਕੰਮ ਕਰਨੇ, ਅੱਲਾਹ ਤਾਲਾ ਦੀ ਯਾਦ ਹਰ ਸਮੇਂ ਮਨ ਕਰਕੇ ਕਰਨੀ, ਫੇਰ ਉਸ ਦੀ ਦਰਗਾਹ ਵਿੱਚ ਮਨਜ਼ੂਰ ਹੋ ਸਕਦਾ ਹੈ, ਨਹੀਂ ਤੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੈ ਨਾਉ। ਬਾਬਰ ਨੇ ਸਿਰ ਨਿਵਾ, ਜੋ ਜਨਤਾ ਕੈਦ ਕੀਤੀ ਹੋਈ ਸੀ ਸਾਰਿਆਂ ਨੂੰ ਰਿਹਾ ਕੀਤਾ। ਧਨ ਦੌਲਤ ਵੀ ਜ਼ਰੂਰਤ ਅਨੁਸਾਰ ਦੇ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਹ ਸ਼ਬਦ ਬਾਬਰ ਤਾਈਂ ਸਮਝਾਉਣਾ ਅਤੇ ਸਹੀ ਰਸਤੇ ਤੇ ਤੋਰਨਾ ਹੀ ਹੈ। ਖੁਰਾਸਾਨ ਖਸਮਾਂ ਨਾ ਕੀਆ, ਹਿੰਦੁਸਤਾਨ ਡਰਾਇਆ, ਆਪੈ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕਉ ਮਾਰੇ, ਤਾਂ ਮਨ ਰੋਸ ਨਾ ਹੋਈ ਰਹਾਉ, ਸਕਤਾ ਸਿੰਹ ਮਾਰੇ ਪੈ ਵੱਗੈ, ਖਸਮੈ ਸਾਪੁਰ ਸਾਈ, ਰਤਨ ਵਗਾਰ ਵਗੋਏ ਕੁੱਤੀ, ਮੋਇਆ ਸਾਰ ਨਾ ਕਾਈ, ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ, ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ,
ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੀ। ਮਰ ਮਰ ਜੀਵੈ ਤਾਂ ਕਿਛ ਪਾਈ, ਨਾਨਕ ਨਾਮ ਵਖਾਣੀ। ਇਸ ਸ਼ਬਦ ਬਾਰੇ ਆਮ ਇਹ ਵਿਚਾਰ ਸੁਣੀਦੇ ਹਨ ਕਿ ਗੁਰੂ ਜੀ ਨੇ ਪਰਮਾਤਮਾ ਨੂੰ ਤਾਨਾ ਮਾਰਿਆ ਜਾਂ ਰੋਸ ਕੀਤਾ, ਇੰਨੀ ਮਾਰ ਪੈਣ ਤੇ ਤੈਨੂੰ ਤਰਸ ਨਾ ਆਇਆ। ਇੱਕ ਪਾਸੇ ਤਾਂ ਗੁਰੂ ਜੀ ਇਹ ਆਖਦੇ ਹਨ ਕਿ ਉਹ ਸਦਾ ਨਿਆਂ ਕਰਦਾ ਹੈ, ਉਸ ਦਾ ਹੁਕਮ ਅਟਲ ਹੈ, ਕੋਈ ਵੀ ਉਸ ਦੇ ਕੀਤੇ ਤੇ ਆਖ ਨਹੀਂ ਸਕਦਾ ਕਿ ਇਹ ਠੀਕ ਨਹੀਂ ਕੀਤਾ। ਇਹ ਆਖਣਾ ਹਉਮੈ ਆ ਜਾਂਦੀ ਹੈ, ਉਸ ਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਹੁਕਮ ਦੀ ਰਜ਼ਾ ਵਿੱਚ ਚੱਲਣ ਵਾਲੇ ਉਸ ਦੀ ਕੀਤੀ ਨੂੰ ਇਹ ਆਖੇ ਤੂੰ ਚੰਗਾ ਨਹੀਂ ਕਰਦਾ ਜਾਂ ਕੀਤਾ, ਇਹ ਸੋਭਦਾ ਨਹੀਂ। ਕਿਸੇ ਦੀ ਗਲਤੀ ਨੂੰ ਸਮਝਾਉਣਾ, ਕਿਸੇ ਜ਼ਾਲਮ ਨੂੰ ਜ਼ੁਲਮ ਤੋਂ ਵਰਜਣਾ ਨਿਰਭੈ ਹੋ ਕੇ, ਤਾਂ ਕੋਈ ਆਖ ਸਕਦਾ ਹੈ ਉਸ ਸੱਚੇ ਸਭ ਤੋਂ ਉੱਚੇ ਸਾਹਿਬ ਨੂੰ ਇਹ ਸੋਭਦਾ ਨਹੀਂ ਕਿ ਇਹ ਕਿਹਾ ਜਾਵੇ ਤੂੰ ਚੰਗਾ ਨਹੀਂ ਕੀਤਾ। ਕਿਸੇ ਤਰ੍ਹਾਂ ਵੀ ਰਜ਼ਾ ਮੰਨਣ ਵਾਲਾ, ਹੁਕਮ ਮੰਨਣ ਵਾਲਾ ਮਾਲਕ ਨੂੰ ਹੀ ਇਹ ਆਖੇ ਤੂੰ ਚੰਗਾ ਨਹੀਂ ਕੀਤਾ, ਤੇ ਮਾਲਕ ਵੀ ਅਜਿਹਾ ਹੋਵੇ ਜੋ ਕਦੀ ਅਨਿਆਏ ਕਰਦਾ ਹੀ ਨਹੀਂ। ਸੋ ਵਿਚਾਰ ਦੀ ਲੋੜ ਹੈ। ਸਾਰੇ ਹੀ ਆਪਣੇ ਆਪ ਵਿੱਚ ਤਾਂ ਪੂਰੇ ਅਖਵਾਉਂਦੇ ਹਨ, ਘੱਟ ਅਖਵਾਉਣਾ ਕੋਈ ਵੀ ਨਹੀਂ ਚਾਹੁੰਦਾ। ਗੁਰੂ ਜੀ ਭਾਲਦੇ ਫਿਰਦੇ ਸਨ ਕਿ ਸੱਚ ਦਾ ਵੱਟਾ ਮਿਲ ਜਾਵੇ ਤਾਂ ਇਹਨਾਂ ਦੀ ਪੱਤ, ਇਹਨਾਂ ਦੀ ਕਰਤੂਤ ਦਾ ਪਤਾ ਤਾਂ ਹੀ ਲੱਗ ਸਕਦਾ ਹੈ ਜੇ ਧਰਮ ਦੇ ਤਰਾਜੂ ਦੇ ਪਿੱਛੇ ਤੋਲਿਆ ਜਾਵੇ। ਹਉਮੈ ਦਾ ਭਾਰ ਚੁੱਕੀ ਫਿਰਦੇ ਆਪਣੇ ਆਪ ਹੀ ਪੂਰੇ ਬਣਦੇ ਹਨ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਹੋਨੀ ਮੰਦੈ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ। ਹੋਨੀ ਦੁਨੀਆ ਤੋੜੇ ਬੰਦਨਾ, ਅਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ, ਨਿਤ ਦੇਵਹਿ ਚੜ੍ਹੈ ਸੁਆਇਆ। ਵਡਿਆਈ ਵੱਡਾ ਪਾਇਆ। ਹਉਮੈ ਰਹਿਤ ਧਰਮ ਦੀ ਕਿਰਤ ਕਰਨ ਵਾਲਾ, ਬਿਨਾਂ ਵਿਤਕਰੇ ਆਏ ਗਏ ਲੋੜਵੰਦਾਂ ਦੀ ਸੇਵਾ ਕਰਨ ਵਾਲਾ, ਨਾਮ ਸਿਮਰਨ ਕਰਨ ਵਾਲਾ ਨਹੀਂ ਮਿਲ ਰਿਹਾ ਸੀ। ਜਿਹੜਾ ਸੰਤੋਖੀ ਹੋਵੇ, ਸੇਵਾ ਕਰਦਾ ਹੋਵੇ, ਸੱਚਾ ਆਪ ਹੋਵੇ, ਸੱਚ ਧਿਆਉਂਦਾ ਹੋਵੇ, ਮੰਦੇ ਪਾਸੇ ਕਦੀ ਉਸ ਦੇ ਪੈਰ ਤੁਰਦੇ ਨਾ ਹੋਣ। ਸੁਕਿਰਤ ਯਾਨੀ ਕਿ ਚੰਗੀ ਸੁਚੱਜੀ ਕਿਰਤ ਕਰਕੇ ਆਪਣਾ ਧਰਮ ਕਮਾ ਰਿਹਾ ਹੋਵੇ, ਦੁਨੀਆ ਦੇ ਬੰਧਨਾਂ ਤੋਂ ਮੁਕਤ ਹੋਵੇ। ਬੰਧਨ ਕੀ ਹਨ? ਬਾਹਰੀ ਦਿਖਾਵਾ, ਹਉਮੈ ਦਾ ਕਰਨਾ ਕੁਝ ਨਹੀਂ, ਰੋਲਾ ਜ਼ਿਆਦਾ ਪਾਉਣਾ, ਭੇਖ ਧਾਰਨ ਕਰਨੇ, ਮੰਦਰਾਂ ਵਿੱਚ ਜਾ ਟੱਲ ਖੜਕਾਉਣੇ, ਮਸੀਤਾਂ ਵਿੱਚ ਜਾ ਨਿਮਾਜ਼ਾਂ ਪੜਨੀਆਂ, ਜੰਗਲੀ ਜਾ ਤਪ ਸਾਧਣੇ, ਜਟਾਂ ਵਧਾ ਵਰ ਸਰਾਪ ਦੇਣੇ, ਮੁੰਦਰਾਂ ਕੰਨੀ ਪਾਈ ਫਿਰਨਾ, ਪਗਵੇਂ ਰੰਗ ਦੀਆਂ ਧੋਤੀਆਂ ਤੇ ਮੱਥੇ ਟਿੱਕੇ ਲਾ ਕੇ ਬੁੱਤ ਪੂਜਣੇ, ਮੂਰਤੀ ਪੂਜਾ, ਆਰਤੀਆਂ ਕਰਨੀਆਂ, ਤੀਰਥਾਂ ਤੇ ਭੌਂਦੇ ਫਿਰਨਾ, ਮੜੀਆਂ ਮਸਾਣਾ ਤੇ ਮੱਥੇ ਟੇਕਣੇ, ਵਰਤ ਆਦਿ ਰੱਖਣੇ, ਰੋਜ਼ੇ ਰੱਖਣੇ, ਨਿਮਾਜ਼ਾਂ ਪੜ੍ਹਨੀਆਂ, ਪੜਾਉਣੀਆਂ, ਬਲੀਆਂ ਦੇਣੀਆਂ ਇਤਿਆਦਿਕ ਸਾਰੇ ਦੁਨਿਆਵੀ ਬੰਧਨ ਹੀ ਹਨ। ਇਹਨਾਂ ਬੰਧਨਾਂ ਤੋਂ ਜੋ ਮੁਕਤ ਹੈ ਉਹੀ ਖਾਲਸਾ ਹੈ, ਜੋ ਸਾਦੀ ਖੁਰਾਕ ਸੰਜਮ ਕਰਕੇ ਥੋੜਾ ਖਾਣਾ, ਜੀਭ ਦੇ ਸਵਾਦਾਂ ਤੋਂ ਮੁਕਤ, ਜੋ ਫਿੱਟ ਅਜੀਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਤੋਂ ਮੁਕਤ ਹੋਵੇ। ਅਜਿਹੇ ਮਹਾਪੁਰਸ਼ਾਂ ਦੀ ਭਾਲ ਵਿੱਚ ਗੁਰੂ ਜੀ ਕਮਲੇ ਹੋਏ ਫਿਰਦੇ ਸਨ। ਅਜਿਹੇ ਇਨਸਾਨ, ਸੰਤ, ਸਿੱਖ, ਖਾਲਸਾ ਦੀ ਹੀ ਗੁਰੂ ਜੀ ਨੂੰ ਲੋੜ ਸੀ, ਜੋ ਪੱਤ ਪਰਵਾਣਾ ਪੂਰੇ ਅਖਵਾਉਣ ਵਾਲਿਆਂ ਦੇ ਪਿੱਛੇ ਪਾ ਕੇ ਤੋਲ ਸਕਣ, ਕਿਉਂਕਿ ਹਉਮੈ ਦੀਰਘ ਰੋਗ ਗੁਰੂ ਜੀ ਫਰਮਾ ਰਹੇ ਹਨ। ਪਰੰਤੂ ਇਸ ਦਾ ਇਲਾਜ ਵੀ ਹੈ। ਇਹ ਲਾ ਇਲਾਜ ਰੋਗ ਨਹੀਂ, ਦਾਰੂ ਇਸ ਵਿੱਚ ਹੈ ਉਸ ਦਾਤੇ ਦੀ ਕਿਰਪਾ। ਜੋ ਹੋ ਜਾਵੇ ਤਾਂ ਗੁਰੂ ਦੇ ਬਚਨਾਂ ਤੇ ਚੱਲਣ ਨਾਲ, ਗੁਰੂ ਦਾ ਫਰਮਾਨ ਹੈ, ਇਹੀ ਇੱਕ ਦਾਰੂ ਹੈ ਜਿਸ ਦੇ ਸੰਜਮ ਦੁਆਰਾ ਪ੍ਰਯੋਗ ਕਰਨ ਨਾਲ ਇਹ ਦੁੱਖ ਦੂਰ ਹੋ ਜਾਂਦਾ ਹੈ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਹੋਨੀ ਮੰਦੈ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ।
ਹੋਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ, ਨਿਤ ਦੇਵਹਿ ਚੜ੍ਹੈ ਸੁਆਇਆ। ਵਡਿਆਈ ਵੱਡਾ ਪਾਇਆ।